स्वागत है जी तुहाडा दलजीत एजुकेशन वर्ल्ड उत्ते ते मैं हाज़र हाँ अगली बहुत ही इंपॉर्टेंट वीडियो लैके। अज दी जिहड़ी वीडियो है वो है जी DLED फस्ट ईयर यानी ETT साल पहला दे इंग्लिश सबजैक्ट का अगला टॉपिक। तो अगला टॉपिक ये है जी कम्यूनीकेटिव लैंग्वेज टीचिंग। तो जिस तरह तुहानूं पता है कि असी फस्ट यूनिट कर रहे हैं तो फस्ट यूनिट जिहड़ा है वो टोटली लैंग्वेज के नाल रिलेटेड है, क्योंकि फस्ट यूनिट का नाम ही है जी नेचर ऑफ लैंग्वेज, जिहदे विच वक्-वक् टॉपिक्स ने लैंग्वेज नाल रिलेटेड, जिवें वट इज़ अ लैंग्वेज, फस्ट लैंग्वेज की है, सैकेंड लैंग्वेज की है, दैन फॉरन लैंग्वेज की है, फिर लैंग्वेज जिहड़ी है वो कम्यूनीकेशन ते थिंकिंग दे मीनस वजों असीं उहनूं किमें यूज़ करना है। तो अज असी गल कर लगे हैं कम्यूनीकेटिव लैंग्वेज टीचिंग की। इस तो पिछले टॉपिक च असी गल की सी कि लैंग्वेज इज़ अ मीनस ऑफ कम्यूनीकेशन एंड थिंकिंग, कि असी लैंग्वेज नूं बोलण दे लई किमें यूज़ करते हैं तो सोचण दे लई किमें यूज़ करते हैं। तो अज जिहड़ा उहदे नाल मिलदा जुलदा ही टॉपिक है कि जिहड़ी बोली जाण वाली लैंग्वेज है उहनूं किमें पढ़ाया जाता है, उहनूं किमें सिखाया जाता है। टॉपिक शुरू करन तो पहला मैं एग्जांपल दूंगा इत्थे एक कि मान लो तुसी किसी होर स्टेट तो पंजाब दे विच आए हो, तुसी बेसिकली पंजाबी नहीं हो, तुसी किसी भी होर इंडिया दी स्टेट दे विचों आए हो ते जदों तुसी पंजाब दे विच आए ते तुहानूं लग्गा कि मैनूं पंजाबी बोलणी नहीं आंदी ਤਾਂ ਮੈਨੂੰ ਇਹ ਲੈਂਗੁਏਜ ਸਿੱਖਣੀ ਚਾਹੀਦੀ ਹੈ ਸੋ ਦੈਟ ਆਈ ਕੁਡ ਕਮਿਊਨੀਕੇਟ ਵਿਦ ਦ ਪੀਪਲਸ ਆਫ ਪੰਜਾਬ। ਸੋ ਉਹਦੇ ਲਈ ਜਦੋਂ ਤੁਸੀਂ ਉਹ ਲੈਂਗੁਏਜ ਸਿੱਖੋਗੇ ਇੱਕ ਸਪੈਸ਼ਲ ਸੈਟਅਪ ਦੇ ਵਿੱਚ, ਸਪੈਸ਼ਲ ਕਲਾਸ ਦੇ ਵਿੱਚ ਇੱਕ ਸਪੈਸ਼ਲ ਟੀਚਰ ਤੁਹਾਨੂੰ ਪੰਜਾਬੀ ਬੋਲਣੀ ਸਿਖਾਏਗਾ, ਦੈਟ ਵਿਲ ਬੀ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ। ਤਾਂ ਜਦੋਂ ਕੋਈ ਲੈਂਗੁਏਜ ਸੰਚਾਰ ਦੇ ਲਈ ਸਿਖਾਈ ਜਾਂਦੀ ਹੈ, ਪੜ੍ਹਾਈ ਜਾਂਦੀ ਹੈ, ਉਸ ਸਿਖਾਉਣ ਨੂੰ, ਪੜ੍ਹਾਉਣ ਨੂੰ ਅਸੀਂ ਕਹਿੰਦੇ ਹਾਂ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ। ਸੋ ਵਿਦਆਊਟ ਟਾਈਮ ਵੇਸਟ ਕੀਤੇ ਹਾਂ ਜੀ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ। ਫਿਰ ਜਿਹੜਾ ਰਜੇ कम्यूनीकेटिव लैंग्वेज टीचिंग है, इट मीन्स कि कम्यूनीकेटिव लैंग्वेज टीचिंग अप्रोच इज़ अ ग्रेट सक्सेस इन अचीविंग द ऑब्जेक्टिव्स ऑफ टीचिंग फॉरेन लैंग्वेज फॉर कम्यूनीकेशन। सो पर्टिकुलरली व्हेन वी want to learn a foreign language ਤਾਂ ਉਦੋਂ ਇਹ ਜਿਹੜੀ ਅਪਰੋਚ ਹੈ ਉਹ ਬਹੁਤ ਹੀ ਫਾਇਦੇਮੰਦ, ਬਹੁਤ ਹੀ ਯੂਜ਼ਫੁਲ ਸਾਬਤ ਹੁੰਦੀ ਹੈ ਸਾਡੇ ਲਈ। ਦ ਕਮਿਊਨੀਕੇਟਿਵ ਅਪਰੋਚ ਇਜ਼ ਦ ਰੀਸੈਂਟ ਐਂਡ ਲੇਟੈਸਟ ਅਪਰੋਚ ਆਫ ਟੀਚਿੰਗ ਇੰਗਲਿਸ਼। ਇਹ ਜੇ ਅਸੀਂ ਇੰਗਲਿਸ਼ ਸਬਜੈਕਟ ਦੀ ਗੱਲ ਕਰੀਏ, ਇੰਗਲਿਸ਼ ਲੈਂਗੁਏਜ ਦੀ ਗੱਲ ਕਰੀਏ ਤਾਂ ਇਹ ਬਿਲਕੁਲ ਲੇਟੈਸਟ ਅਪਰੋਚ ਹੈ ਕਿ ਜਦੋਂ ਤੁਸੀਂ ਇੰਗਲਿਸ਼ ਨੂੰ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਦੇ ਰਾਹੀਂ ਸਿੱਖਦੇ ਹੋ ਬੋਲਣਾ ਅਤੇ ਉਹਨੂੰ ਲਿਖਣਾ, ਠੀਕ ਹੈ। ਸੋ ਮਚ ਸਟ੍ਰੈਸ ਇਜ਼ ਲੇਡ ਔਨ ਦ ਯੂਜ਼ ਆਫ ਲੈਂਗੁਏਜ ਇਨ ਦਿਸ ਅਪਰੋਚ। ਵੱਧ ਤੋਂ ਵੱਧ ਕਿਹੜੀ ਚੀਜ਼ 'ਤੇ ਯੂਜ਼ ਕੀਤਾ ਜਾਂਦਾ ਕਿ ਲੈਂਗੁਏਜ ਨੂੰ ਯੂਜ਼ ਕਿਵੇਂ ਕਰੀਏ, ਉਹਨੂੰ ਬੋਲ ਕੇ, ਲਿਖ ਕੇ, ਨਾ ਕਿ ਉਹਦੇ ਸਟਰਕਚਰ 'ਤੇ, ਉਹਦੇ ਰੂਲਸ 'ਤੇ, ਉਹਦੇ ਗ੍ਰਾਮਰ 'ਤੇ, ਜਿਹੜੇ ਗ੍ਰਾਮੈਟੀਕਲ ਆਈਟਮਸ ਨੂੰ ਛੱਡ ਕੇ, ਉਹਦੇ ਰੂਲਸ ਨੂੰ ਛੱਡ ਕੇ, ਉਹਦੇ ਸਟਰਕਚਰ ਨੂੰ ਛੱਡ ਕੇ ਸਿਰਫ ਲੈਂਗੁਏਜ ਦੇ ਯੂਜ਼ 'ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਆਪਾਂ ਬੋਲਣਾ ਕਿਵੇਂ ਹੈ, ਕਿਉਂਕਿ ਸਾਡਾ ਪਰਪਸ ਹੈ ਕਮਿਊਨੀਕੇਸ਼ਨ ਕਰਨਾ, ਕਮਿਊਨੀਕੇਟਿਵ ਲੈਂਗੁਏਜ ਸਿੱਖਣੀ ਕਿ ਕਿਵੇਂ ਅਸੀਂ ਇੱਕ ਦੂਜਿਆਂ ਦੇ ਨਾਲ ਸੰਚਾਰ ਕਰਨਾ ਹੈ। ਸੋ ਦੈਟਸ ਵਾਈ ਇੱਥੇ ਜ਼ਿਆਦਾ ਜਿਹੜਾ ਸਟਰੈਸ ਹੈ ਕਿਸ ਚੀਜ਼ 'ਤੇ ਦਿੱਤਾ ਜਾਂਦਾ ਹੈ, ਉਹਦੀ ਜਿਹੜੀ ਯੂਜ਼ 'ਤੇ, ਕਿ ਉਹਨੂੰ ਯੂਜ਼ ਕਿਵੇਂ ਕਰਨਾ ਲੈਂਗੁਏਜ। ਸੋ ਦ ਸਕਿੱਲਸ ਆਫ ਸਪੀਕਿੰਗ ਐਂਡ ਰਾਈਟਿੰਗ ਆਰ ਇਨਕਲੂਡਡ ਇਨ ਕਮਿਊਨੀਕੇਟਿਵ ਅਪਰੋਚ। ਜਿਹੜੇ ਜ਼ਿਆਦਾ ਕਿਹੜੇ ਸਕਿੱਲਸ ਨੇ ਜਿਹੜੇ ਇਹਦੇ 'ਚ ਇਨਕਲੂਡ ਕੀਤੇ ਜਾਂਦੇ ਆ, ਮੋਸਟਲੀ ਰਾਈਟਿੰਗ ਅਤੇ ਸਪੀਕਿੰਗ ਜ਼ਿਆਦਾ ਜਿਹੜਾ ਜ਼ੋਰ ਹੈ, ਕਿਉਂਕਿ ਇਹੀ ਦੋ ਚੀਜ਼ਾਂ ਨੇ ਜਿਹੜੀਆਂ ਅਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੇ ਲਈ ਯੂਜ਼ ਕਰਦੇ ਹਾਂ। ਕਿਉਂਕਿ ਜਿਹੜੀ ਰੀਡਿੰਗ ਜਾਂ ਫਿਰ ਲਿਸਨਿੰਗ ਹੈ ਉਹਦੇ 'ਚ ਅਸੀਂ ਰਿਸੀਵ ਕਰਦੇ ਹਾਂ, ਨਾ ਕਿ ਅਸੀਂ ਐਕਸਪ੍ਰੈਸ ਕਰਦੇ ਹਾਂ। ਸੋ ਇਹ ਦੋ ਵੇ ਨੇ, ਦੋ ਜਿਹੜੇ ਸਕਿੱਲਸ ਨੇ, 4 ਸਕਿੱਲਸ ਦੇ ਵਿੱਚੋਂ ਜੇ ਇਹਨਾਂ ਦੋਨਾਂ ਸਕਿੱਲਸ ਨੂੰ ਅਸੀਂ ਅਲੱਗ ਕਰਦੇ ਹਾਂ ਤਾਂ ਅਲੱਗ ਇਸ ਕਰਕੇ ਨੇ ਬਿਕਾਜ਼ ਇਹਦੇ 'ਚ ਅਸੀਂ ਐਕਸਪ੍ਰੈਸ ਕਰਦੇ ਹਾਂ, ਚਾਹੇ ਤੁਸੀਂ ਲਿਖ ਕੇ ਐਕਸਪ੍ਰੈਸ ਕਰੋ ਜਾਂ ਫਿਰ ਤੁਸੀਂ ਬੋਲ ਕੇ ਐਕਸਪ੍ਰੈਸ ਕਰੋ। ਸੋ ਵਨ ਕੈਨ ਕਮਿਊਨੀਕੇਟ ਵੈਲ ਓਨਲੀ ਵੈਨ ਹੀ ਹੈਜ਼ ਲਰਨਡ ਦ ਲੈਂਗੁਏਜ ਪ੍ਰੋਪਰਲੀ। ਅਤੇ ਜਦ ਤੱਕ ਤੁਸੀਂ ਕਿਸੇ ਲੈਂਗੁਏਜ ਨੂੰ ਪ੍ਰੋਪਰਲੀ ਸਿੱਖ ਨਹੀਂ ਲੈਂਦੇ
ਤਦ ਤੱਕ ਇਹ ਪੋਸੀਬਲ ਨਹੀਂ ਹੈ ਕਿ ਤੁਸੀਂ ਉਸ ਲੈਂਗੁਏਜ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਕਮਿਊਨੀਕੇਟ ਕਰੋ, ਗੱਲਬਾਤ ਕਰ ਸਕੋ। ਸੋ ਕਮਿਊਨੀਕੇਟਿਵ ਅਪਰੋਚ ਜਿਹੜੀ ਹੈ ਇਨੇਬਲ ਦਾ ਸਟੂਡੈਂਟਸ ਟੂ ਕਮਿਊਨੀਕੇਟ ਹਿਸ ਆਈਡੀਆਜ਼ ਇਨ ਅ ਬੈਟਰ ਵੇ। ਮਤਲਬ ਜਿਹੜੀ ਕਮਿਊਨੀਕੇਟਿਵ ਲੈਂਗੁਏਜ ਹੈ ਉਹ ਬੱਚੇ ਨੂੰ ਇਸ ਯੋਗ ਬਣਾ ਦਿੰਦੀ ਹੈ ਕਿ ਤੁਸੀਂ ਆਪਣੇ ਆਈਡੀਆਜ਼ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਇਨ ਅ ਵੈਰੀ ਬੈਟਰ ਵੇ ਤੁਸੀਂ ਉਸ ਨੂੰ ਐਕਸਪ੍ਰੈਸ ਕਰ ਸਕੋ ਆਪਣੇ ਆਈਡੀਆਜ਼ ਨੂੰ। ਸੋ ਦਿਸ ਅਪਰੋਚ ਇਜ਼ ਬੇਸਡ ਔਨ ਦਾ ਪ੍ਰੈਕਟੀਕਲ ਯੂਟੀਲਿਟੀ। ਜਿਵੇਂ ਅਸੀਂ ਪਹਿਲਾਂ ਦੱਸਿਆ ਸੀ ਕਿ ਲੈਂਗੁਏਜ ਦੇ ਯੂਜ਼ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਸੋ ਪ੍ਰੈਕਟੀਕਲ ਯੂਟੀਲਿਟੀ ਜਿਹੜੀ ਇਹਦੇ 'ਚ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਇਹ ਅਪਰੋਚ ਜਿਹੜੀ ਹੈ ਇਹ ਬੇਸਡ ਹੀ ਉਸ ਚੀਜ਼ 'ਤੇ ਆ ਕਿ ਤੁਹਾਡੀ ਜਿਹੜੀ ਪ੍ਰੈਕਟੀਕਲ ਯੂਟੀਲਿਟੀ ਕਿ ਤੁਸੀਂ ਉਹਨੂੰ ਪ੍ਰੈਕਟੀਕਲੀ ਕਿਵੇਂ ਯੂਜ਼ ਕਰਦੇ ਹੋ, ਬੋਲਦੇ ਹੋ। ਜ਼ਿਆਦਾ ਜ਼ੋਰ ਮਤਲਬ ਐਂ ਕਹਿ ਲਓ, ਦੂਜੇ ਸ਼ਬਦਾਂ 'ਚ ਇਹ ਕਹਿ ਸਕਦੇ ਹਾਂ ਅਸੀਂ ਕਿ ਜ਼ਿਆਦਾ ਜ਼ੋਰ ਜਿਹੜਾ ਹੈ ਬੋਲਣ 'ਤੇ ਲਿਖਣ 'ਤੇ ਦਿੱਤਾ ਜਾਂਦਾ ਹੈ। ਇਟ ਲੇਜ਼ ਐਂਪੈਸਿਸ ਆਨ ਦਾ ਫੰਕਸ਼ਨਲ ਵੈਲਿਊ ਆਫ ਲੈਂਗੁਏਜ। ਜਿਹੜਾ ਜ਼ਿਆਦਾ ਜ਼ੋਰ ਹੈ ਉਹ ਉਹਦੀਆਂ ਫੰਕਸ਼ਨਲ ਐਸਪੈਕਟਸ 'ਤੇ ਦਿੱਤਾ ਜਾਂਦਾ ਹੈ rather than structure. So it is based upon the concept of how language is used and what is functional utility of language. ਸੋ ਮਤਲਬ ਕੀ ਹੈ ਕਿ ਇਹ ਕਿਸ ਚੀਜ਼ 'ਤੇ ਬੇਸਡ ਹੈ ਰਾਜੇ, ਕਿਸ ਕੌਨਸੈਪਟ 'ਤੇ ਬੇਸਡ ਹੈ ਕਿ ਹਾਊ ਲੈਂਗੁਏਜ ਇਜ਼ ਯੂਜ਼ਡ, ਕਿ ਇੱਕ ਲੈਂਗੁਏਜ ਨੂੰ ਯੂਜ਼ ਕਿਵੇਂ ਕੀਤਾ ਜਾਂਦਾ ਹੈ ਬੋਲਣ ਦੇ ਲਈ। ਐਂਡ ਵਾਟ ਇਜ਼ ਫੰਕਸ਼ਨਲ ਯੂਟੀਲਿਟੀ ਆਫ ਲੈਂਗੁਏਜ, ਉਹਦਾ ਮਤਲਬ ਪ੍ਰੈਕਟੀਕਲ ਆਸਪੈਕਟ ਕੀ ਹੈ, ਉਹਦੀ ਫੰਕਸ਼ਨਲ ਯੂਟੀਲਿਟੀ ਕੀ ਹੈ। So a person can communicate with other only when he knows the spoken language. So the receiver of the information should also know the language. ਮਤਲਬ ਕੀ ਕਹਿੰਦੇ, ਇੱਕ ਪਰਸਨ ਜਿਹੜਾ ਕੈਨ ਕਮਿਊਨੀਕੇਟ ਵਿਦ ਅਦਰ ਓਨਲੀ, ਦੂਜਿਆਂ ਦੇ ਨਾਲ ਤਾਂ ਹੀ ਗੱਲਬਾਤ ਕਰ ਸਕਦਾ ਹੈ ਵੈਨ ਹੀ ਨੋਜ਼ ਦ ਸਪੋਕਨ ਲੈਂਗੁਏਜ, ਜਦੋਂ ਉਹਨੂੰ ਉਹ ਬੋਲੀ ਜਿਹੜੀ ਉਹ ਭਾਸ਼ਾ ਹੈ ਬੋਲਣੀ ਆਉਂਦੀ ਹੈ, ਅਤੇ ਜਿਹੜਾ ਰਿਸੀਵਰ ਹੈ ਉਹ ਵੀ ਉਸ ਲੈਂਗੁਏਜ ਨੂੰ ਜਾਣਦਾ ਹੋਵੇ। ਤੁਸੀਂ ਇੰਗਲਿਸ਼ ਦੇ ਵਿੱਚ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ, ਪਹਿਲੀ ਸ਼ਰਤ ਹੈ ਕਿ ਤੁਹਾਨੂੰ ਖੁਦ ਨੂੰ ਇੰਗਲਿਸ਼ ਬੋਲਣੀ ਆਉਂਦੀ ਹੋਣੀ ਚਾਹੀਦੀ ਹੈ, ਅਤੇ ਦੂਜੀ ਸ਼ਰਤ ਹੈ ਜਿਹਦੇ ਨਾਲ ਤੁਸੀਂ ਇੰਗਲਿਸ਼ ਬੋਲਣਾ ਚਾਹ ਰਹੇ ਹੋ ਉਸ ਪਰਸਨ ਨੂੰ ਵੀ ਇੰਗਲਿਸ਼ ਬੋਲਣੀ, ਸੁਣਨੀ, ਸਮਝਣੀ ਆਉਂਦੀ ਹੋਣੀ ਚਾਹੀਦੀ ਹੈ। ਓਨਲੀ ਦੈਨ ਦਾ ਕਮਿਊਨੀਕੇਸ਼ਨ ਕੈਨ ਟੇਕ ਪਲੇਸ। ਫਿਰ ਹੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਇੰਗਲਿਸ਼ ਹੈ ਉਹ ਸਹੀ ਤਰੀਕੇ ਦੇ ਨਾਲ ਬੋਲੀ ਜਾ ਰਹੀ ਹੈ, ਸਮਝੀ ਜਾ ਰਹੀ ਹੈ। ਸੋ ਇਸੀ ਰਜੇ ਕਿ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਹੁੰਦੀ ਕੀ ਹੈ, ਜਦੋਂ ਅਸੀਂ ਸਿੱਧੇ ਜਿਹੇ ਸ਼ਬਦਾਂ ਦੇ ਵਿੱਚ ਕੀ ਕਹਿ ਸਕਦੇ ਹਾਂ ਕਿ ਜਦੋਂ ਕੋਈ ਲੈਂਗੁਏਜ ਦੇ ਉਸ ਆਸਪੈਕਟਸ 'ਤੇ ਜ਼ੋਰ ਦਿੱਤਾ ਜਾਂਦਾ, ਜਿਹੜੇ ਆਸਪੈਕਟਸ ਲੈਂਗੁਏਜ ਦੇ ਪ੍ਰੈਕਟੀਕਲ ਆਸਪੈਕਟ ਨੂੰ, ਫੰਕਸ਼ਨਲ ਆਸਪੈਕਟ ਨੂੰ 'ਤੇ ਜ਼ੋਰ ਦਿੰਦੇ ਆ ਕਿ ਉਹ ਬੋਲਣੀ ਕਿਵੇਂ ਆ, ਉਹ ਯੂਜ਼ ਕਿਵੇਂ ਕਰਨੀ ਆ ਲੈਂਗੁਏਜ। ਜਿਹੜਾ ਸਟਰਕਚਰ ਹੈ, ਰੂਲਸ ਹੈ, ਉਹਨਾਂ ਨੂੰ ਇੱਕ ਵਾਰ ਦਰਕਿਨਾਰ ਕਰਕੇ ਸਿਰਫ ਉਹਦੇ ਫੰਕਸ਼ਨਲ ਵੈਲਿਊਜ਼ 'ਤੇ ਜ਼ੋਰ ਦਿੱਤਾ ਜਾਂਦਾ ਹੈ, ਤਾਂ ਉਦੋਂ ਅਸੀਂ ਉਸ ਲੈਂਗੁਏਜ ਨੂੰ ਕਮਿਊਨੀਕੇਟਿਵ ਲੈਂਗੁਏਜ ਅਪਰੋਚ ਕਹਿੰਦੇ ਹਾਂ। ਸੋ ਕੁਝ ਡੈਫੀਨੇਸ਼ਨਸ ਲੈ ਲੈਂਦੇ ਕਮਿਊਨੀਕੇਸ਼ਨ ਦੀਆਂ। ਫਸਟ ਡੈਫੀਨੇਸ਼ਨ ਹੈ ਜੀ ਕਿ ਕਮਿਊਨੀਕੇਸ਼ਨ ਇਨਵੋਲਵਸ ਇੰਟਰੈਕਸ਼ਨ ਵਿਚ ਇਨਕੈਰੇਜ ਗਿਵ ਐਂਡ ਟੇਕ। ਕਮਿਊਨੀਕੇਸ਼ਨ ਇਨਵੋਲਵਸ ਆ ਜਿਹੜੀ ਇੰਟਰੈਕਸ਼ਨ ਦੇ ਵਿੱਚ ਇਨਵੋਲਵ ਹੁੰਦੀ ਹੈ। ਇੰਟਰੈਕਸ਼ਨ ਮਤਲਬ ਜਦੋਂ ਦੋ ਪਰਸਨ ਆਪਸ ਵਿੱਚ ਗੱਲ ਕਰਦੇ ਆ, ਵਿੱਚ ਇਨਕੈਰੇਜ ਗਿਵ ਐਂਡ ਟੇਕ, ਜਿਹੜੀ ਕਿਸ ਚੀਜ਼ ਨੂੰ ਬੜਾਵਾ ਦਿੰਦੀ ਹੈ, ਦੇਣਾ ਅਤੇ ਲੈਣਾ। ਮਤਲਬ ਅਸੀਂ ਬੋਲਦੇ ਹਾਂ ਅਤੇ ਸਾਹਮਣੇ ਵਾਲਾ ਲੈਂਦਾ ਹੈ, ਰਿਸੀਵ ਕਰਦਾ ਹੈ, ਫਿਰ ਸਾਹਮਣੇ ਵਾਲਾ ਬੋਲਦਾ ਹੈ ਅਤੇ ਅਸੀਂ ਰਿਸੀਵ ਕਰਦੇ ਹਾਂ। ਇਟ ਇਜ਼ ਕਾਲਡ ਕਮਿਊਨੀਕੇਸ਼ਨ। ਸੋ ਨੈਕਸਟ ਡੈਫੀਨੇਸ਼ਨ ਹੈ ਜੀ, ਕਮਿਊਨੀਕੇਸ਼ਨ ਮੀਨਸ ਸ਼ੇਅਰਿੰਗ ਆਫ ਆਈਡੀਆ ਐਂਡ ਫੀਲਿੰਗ ਇਨ ਅ ਮੂਡ ਆਫ ਮਿਊਚੁਅਲਿਟੀ। ਮਤਲਬ ਕਮਿਊਨੀਕੇਸ਼ਨ ਦਾ ਮਤਲਬ ਹੈ ਜੀ ਆਪਣਾ ਆਈਡੀਆਜ਼, ਫੀਲਿੰਗ ਨੂੰ ਸ਼ੇਅਰ ਕਰਨਾ ਇਨ ਅ ਮੂਡ ਆਫ ਮਿਊਚੁਅਲਿਟੀ। ਜਦੋਂ ਮਿਊਚੁਅਲ ਦਾ ਮਤਲਬ ਹੁੰਦਾ ਆਪਸੀ, ਜਦੋਂ ਅਸੀਂ ਮਿਊਚੁਅਲ ਸ਼ੇਅਰਿੰਗ ਕਰਦੇ ਹਾਂ, ਮਿਊਚੁਅਲ ਸ਼ੇਅਰਿੰਗ ਦਾ ਮਤਲਬ ਹੈ ਇੱਕ ਦੂਜੇ ਨਾਲ ਕੁਝ ਚੀਜ਼ ਐਕਸਚੇਂਜ ਕਰ ਲੈਂਦੇ ਹਾਂ, ਅਦਲਾ ਬਦਲੀ ਕਰ ਲੈਂਦੇ ਹਾਂ, ਦੈਟ ਇਜ਼ ਕਾਲਡ ਕਮਿਊਨੀਕੇਸ਼ਨ। ਅਤੇ ਇੱਥੇ ਅਸੀਂ ਕੀ ਅਦਲਾ ਬਦਲੀ ਕਰ ਰਹੇ ਹਾਂ, ਵਟ ਵੀ ਆਰ ਸ਼ੇਅਰਿੰਗ ਹੇਅਰ, we are exchanging our ideas, our feelings, our thoughts, etc. So
ਇਸ ਕਰਕੇ ਅਸੀਂ ਇਹਨੂੰ ਕਹਿੰਦੇ ਕਿ ਮਿਊਚੁਅਲ ਐਕਸਚੇਂਜਿੰਗ ਹੈ। ਸੋ ਇੱਕ ਹੋਰ ਆਪਾਂ ਜਿਹੜੀ ਡੈਫੀਨੇਸ਼ਨ ਲੈ ਲੈਂਦੇ ਹਾਂ ਕਿ ਇਫੈਕਟਿਵ ਕਮਿਊਨੀਕੇਸ਼ਨ ਇਜ਼ ਅ ਟੂ ਫੋਲਡ ਪ੍ਰੋਸੈਸ। ਇਹਨੂੰ ਕਿਉਂ ਕਿਹਾ ਗਿਆ ਹੈ? ਕਿਉਂਕਿ ਇਹਦੇ 'ਚ ਦੋ ਚੀਜ਼ਾਂ ਜ਼ਰੂਰੀ ਨੇ। ਜੇ ਕੋਈ ਬੋਲਣ ਵਾਲਾ ਹੈ ਤਾਂ ਉਹਨੂੰ ਸੁਣਨ ਵਾਲਾ, ਰਿਸੀਵ ਕਰਨ ਵਾਲਾ ਵੀ ਜ਼ਰੂਰੀ ਹੈ, ਅਤੇ ਰਿਸੀਵ ਕਰਨ ਵਾਲਾ ਵੀ ਉਹ ਹੋਵੇ ਜਿਹਨੂੰ ਉਸ ਲੈਂਗੁਏਜ ਦੀ ਸਮਝ ਹੈ। ਅਤੇ ਜੇ ਕੋਈ ਸੁਣਨ ਵਾਲਾ ਹੈ ਤਾਂ ਫਿਰ ਬੋਲਣ ਵਾਲਾ ਵੀ ਹੋਣਾ ਚਾਹੀਦਾ। ਸੋ ਟੂ ਫੋਲਡ ਪ੍ਰੋਸੈਸ ਹੈ, ਇਨਕਲੂਡਿੰਗ ਫੀਡਬੈਕ ਐਂਡ ਇੰਟਰੈਕਸ਼ਨ, ਜਿਹਦੇ 'ਚ ਫੀਡਬੈਕ ਅਤੇ ਇੰਟਰੈਕਸ਼ਨ ਵੀ ਜਿਹੜੀ ਸ਼ਾਮਲ ਹੈ। ਫੀਡਬੈਕ ਜਦੋਂ ਅਸੀਂ ਉਸ ਚੀਜ਼ ਦੇ ਬਾਰੇ ਗੱਲ ਕਰਦੇ ਹਾਂ ਕਿ ਉਹ ਚੀਜ਼ ਦੇ ਵਿੱਚ ਕੀ ਕਮੀਆਂ ਸੀ, ਕੀ ਖਾਮੀਆਂ ਸੀ, ਕੀ ਉਹਦੇ 'ਚ ਵਧੀਆ ਚੀਜ਼ਾਂ ਸੀ, ਜਾਂ ਫਿਰ ਇੰਟਰੈਕਸ਼ਨ ਅਸੀਂ ਕਰਦੇ ਹਾਂ। ਇਹ ਸੀ ਕੁਝ ਡੈਫੀਨੇਸ਼ਨਸ ਜਿਹੜੀਆਂ ਕਮਿਊਨੀਕੇਸ਼ਨ ਦੇ ਬਾਰੇ ਸੀ। ਅਤੇ ਗੱਲ ਕਰ ਲੈਂਦੇ ਰਾਜੇ ਬੇਸਿਕ ਐਜੰਪਸ਼ਨਸ ਆਫ ਕਮਿਊਨੀਕੇਟਿਵ ਅਪਰੋਚ, ਮਤਲਬ ਜਿਹੜੀਆਂ ਮੁੱਖ ਧਾਰਨਾਵਾਂ ਕੀ ਨੇ ਜੀ। ਬੇਸਿਕ ਐਜੰਪਸ਼ਨਸ ਹੁੰਦੀਆਂ ਰਾਜੇ ਧਾਰਨਾਵਾਂ ਜਾਂ ਕਲਪਨਾਵਾਂ ਕਹਿ ਲਓ, ਹੈ ਨਾ। ਅਤੇ ਕੀ ਨੇ ਜੀ ਬੇਸਿਕ ਐਜੰਪਸ਼ਨਸ ਆਫ ਕਮਿਊਨੀਕੇਟਿਵ ਅਪਰੋਚ ਦੀਆਂ। ਕਈ ਵਾਰੀ ਸ਼ਾਰਟ ਕੁਐਸਚਨ ਆ ਜਾਂਦਾ ਕਿ ਕੁਝ ਐਜੰਪਸ਼ਨਸ ਲਿਖੋ ਕਮਿਊਨੀਕੇਟਿਵ ਅਪਰੋਚ ਦੇ ਵਿੱਚ। ਸਭ ਤੋਂ ਪਹਿਲਾਂ ਜੀ ਇਫੀਸ਼ੀਐਂਸੀ ਇਨ ਦਾ ਓਰਲ ਆਸਪੈਕਟ ਆਫ ਦਾ ਲੈਂਗੁਏਜ, ਜਿਹੜਾ ਸਾਡੀ ਲੈਂਗੁਏਜ ਦਾ ਓਰਲ ਆਸਪੈਕਟ ਹੈ ਉਹਦੇ ਵਿੱਚ ਐਫੀਸ਼ੀਐਂਸੀ ਹੋਣੀ ਚਾਹੀਦੀ, ਕਿਉਂਕਿ ਕਮਿਊਨੀਕੇਟਿਵ ਲੈਂਗੁਏਜ ਦਾ ਮਤਲਬ ਹੀ ਹੈ ਕਿ ਉਹਦੇ ਫੰਕਸ਼ਨਲ ਆਸਪੈਕਟ 'ਤੇ ਕੰਮ ਕਰਨਾ, ਉਹਦੇ ਪ੍ਰੈਕਟੀਕਲ ਆਸਪੈਕਟ 'ਤੇ ਕੰਮ ਕਰਨਾ। ਸੋ ਜਿਹੜਾ ਇਹਦਾ ਓਰਲ ਆਸਪੈਕਟ ਹੈ, ਪ੍ਰੈਕਟੀਕਲ ਆਸਪੈਕਟ ਆ, ਉਹਦੇ 'ਚ ਐਫੀਸ਼ੀਐਂਸੀ ਹੋਣੀ ਚਾਹੀਦੀ ਹੈ। ਐਫੀਸ਼ੀਐਂਸੀ ਇਨ ਰੀਡਿੰਗ ਐਂਡ ਰਾਈਟਿੰਗ, ਰੀਡਿੰਗ ਅਤੇ ਰਾਈਟਿੰਗ ਦੇ ਵਿੱਚ ਐਫੀਸ਼ੀਐਂਸੀ। ਕਰੈਕਟ ਯੂਜੇਸ ਆਫ ਲੈਂਗੁਏਜ, ਜਿਹੜੀ ਭਾਸ਼ਾ ਦਾ ਸਹੀ ਯੂਜ਼ ਕਿਵੇਂ ਕਰਨਾ ਹੈ, ਠੀਕ ਹੈ। ਕਰੈਕਟ ਲੈਂਗੁਏਜ ਹੈਬਿਟ ਦਾ ਮਤਲਬ ਹੈ ਕਿ ਜਿਹੜਾ ਤੁਸੀਂ ਕਰੈਕਟ ਲੈਂਗੁਏਜ ਯੂਜ਼ ਕਰਨ ਦੀ ਹੈਬਿਟ ਪਾਉਣੀ। ਮੋਸਟਲੀ ਅਸੀਂ ਕੀ ਕਰਦੇ ਹਾਂ ਕਿ ਅਸੀਂ ਦੋ ਤਰ੍ਹਾਂ ਦੀ ਲੈਂਗੁਏਜ ਬੋਲਦੇ ਹਾਂ ਆਪਣੀ ਲਾਈਫ ਦੇ ਵਿੱਚ। ਕਿਹੜੀ ਫੋਰਮਲ ਅਤੇ ਇਨਫੋਰਮਲ। ਜਦੋਂ ਅਸੀਂ ਘਰ ਦੇ ਵਿੱਚ ਹੁੰਦੇ ਹਾਂ, ਆਪਣੇ ਫਰੈਂਡਸ ਦੇ ਨਾਲ ਹੁੰਦੇ ਹਾਂ, ਕਿਸੇ ਆਪਣੇ ਫੈਮਿਲੀ ਦੇ ਮੈਂਬਰਸ ਦੇ ਨਾਲ ਹੁੰਦੇ ਹਾਂ, ਤਾਂ ਅਸੀਂ ਹੋਰ ਤਰ੍ਹਾਂ ਦੀ ਲੈਂਗੁਏਜ ਯੂਜ਼ ਕਰਦੇ ਹਾਂ, ਜਿਹਨੂੰ ਅਸੀਂ ਇਨਫੋਰਮਲ ਲੈਂਗੁਏਜ ਕਹਿੰਦੇ ਹਾਂ। ਉਹਦੇ 'ਚ ਕਈ ਵਾਰ ਸਾਡਾ ਜਿਹੜਾ ਉਚਾਰਨ ਹੈ ਉਹ ਗਲਤ ਹੁੰਦਾ ਹੈ। ਕਈ ਵਾਰ ਅਸੀਂ ਕੁਝ ਅਧੂਰੇ ਵਰਡਸ ਬੋਲ ਰਹੇ ਹੁੰਦੇ ਹਾਂ, ਤਾਂ ਅਸੀਂ ਉੱਥੇ ਪਰਟੀਕੂਲਰ ਨਹੀਂ ਹੁੰਦੇ, ਕਿਉਂਕਿ ਸਾਨੂੰ ਪਤਾ ਹੈ ਕਿ ਜੇਕਰ ਅੱਜ ਅਸੀਂ ਇੱਥੇ ਕੁਛ ਗਲਤ ਸ਼ਬਦ ਵੀ ਬੋਲ ਦਾਂਗੇ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੋਏਗੀ। ਅਤੇ ਦੂਜੀ ਜਿਹੜੀ ਹੁੰਦੀ ਹੈ ਰਾਜੇ ਫੋਰਮਲ ਲੈਂਗੁਏਜ, ਉੱਥੇ ਤੁਸੀਂ ਜਿਵੇਂ ਤੁਸੀਂ ਕਿਸੇ ਇੰਟਰਵਿਊ ਦੇ ਵਿੱਚ ਬੈਠੇ ਹੋ, ਆਪਣੇ ਵਰਕ ਪਲੇਸ 'ਤੇ ਆਪਣੇ ਕੁਲੀਗਸ ਦੇ ਨਾਲ ਗੱਲ ਕਰ ਰਹੇ ਹੋ, ਜਾਂ ਫਿਰ ਆਪਣੇ ਬੌਸ ਦੇ ਨਾਲ ਗੱਲ ਕਰ ਰਹੇ ਹੋ, ਉੱਥੇ ਫਿਰ ਤੁਸੀਂ ਬਿਲਕੁਲ ਕਰੈਕਟ ਕਰੈਕਟ ਲੈਂਗੁਏਜ ਯੂਜ਼ ਕਰਦੇ ਹੋ, ਚਾਹੇ ਕੋਈ ਵੀ ਲੈਂਗੁਏਜ ਹੈ। ਉੱਥੇ ਜਿਹੜਾ ਤੁਹਾਡਾ ਉਚਾਰਨ ਹੈ ਉਹ ਵੀ ਬਿਲਕੁਲ ਸ਼ੁੱਧ ਹੁੰਦਾ ਹੈ। ਤੁਹਾਡਾ ਮਤਲਬ ਇੰਟੋਨੇਸ਼ਨ, ਵੋਇਸ ਮੋਡੂਲੇਸ਼ਨ, ਐਵਰੀਥਿੰਗ ਇਜ਼ ਦੇਅਰ। ਤਾਂ ਮਤਲਬ ਤੁਸੀਂ ਉੱਥੇ ਕੋਈ ਵੀ ਗਲਤੀ ਕਰਨ ਦੀ ਗੁੰਜਾਇਸ਼ ਨਹੀਂ ਛੱਡਦੇ ਹੋ। ਸੋ ਦੈਟ ਇਜ਼ ਫੋਰਮਲ ਲੈਂਗੁਏਜ। ਤਾਂ ਆਪਣੀ ਜਿਹੜੀ ਤੁਸੀਂ ਆਦਤ ਬਣਾ ਲਓ ਕਿ ਤੁਸੀਂ ਹਮੇਸ਼ਾ ਹੀ ਸਹੀ ਲੈਂਗੁਏਜ ਯੂਜ਼ ਕਰੋ। ਤੁਹਾਡਾ ਉਚਾਰਨ ਹੈ ਜਿਹੜੀ ਤੁਹਾਡੀ ਪ੍ਰੋਨਾਂਸੀਏਸ਼ਨ ਹੈ ਉਹ ਹਮੇਸ਼ਾ ਹੀ ਵਧੀਆ ਰਹੇ, ਤੁਹਾਡੀ ਇੱਕ ਆਦਤ ਹੀ ਬਣ ਜਾਏ। ਸੋ ਇਹ ਹੈ ਜੀ ਕਰੈਕਟ ਲੈਂਗੁਏਜ ਹੈਬਿਟ। ਨੈਕਸਟ ਕਿ ਗੁੱਡ ਹੈਂਡਲਿੰਗ ਆਫ ਪਿਚ ਐਂਡ ਰਿਦਮ, ਮਤਲਬ ਪਿਚ ਐਂਡ ਰਿਦਮ ਦਾ ਮਤਲਬ ਹੁੰਦਾ ਕਿ ਜਦੋਂ ਤੁਸੀਂ ਬੋਲਣਾ ਹੈ ਕਿ ਤੁਹਾਡੀ ਆਵਾਜ਼ ਦੀ ਪਿਚ ਕਿੰਨੀ ਉੱਚੀ ਹੈ ਜਾਂ ਕਿੰਨੀ ਡਾਊਨ ਹੈ ਨਾ, ਅਕੋਰਡਿੰਗ ਟੂ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ। ਅਤੇ ਰਿਦਮ ਦੇ ਵਿੱਚ, ਲੈਅ ਦੇ ਵਿੱਚ ਬੋਲਣਾ, ਮਤਲਬ ਪਿਚ ਤੋਂ ਭਾਵ ਹੈ ਤੁਸੀਂ ਕਲਾਸਰੂਮ ਦੇ ਵਿੱਚ ਹੋ ਤਾਂ ਤੁਹਾਡੀ ਆਵਾਜ਼ ਦੀ ਜਿਹੜੀ ਪਿਚ ਹੈ ਉਹ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਘੱਟੋ ਘੱਟ ਲਾਸਟ ਬੈਂਚਰ ਨੂੰ ਸੁਣੇ। ਇਹ ਵੀ ਨਹੀਂ ਕਿ ਤੁਸੀਂ ਆਪਾਂ ਬਿਲਕੁਲ ਹੀ ਸੰਗ ਪਾੜਨ ਕੇ ਬੋਲਣ ਲੱਗ ਜਾਈਏ, ਬਹੁਤ ਹੀ ਉੱਚੀ ਸ਼ਾਊਟਿੰਗ ਕਰੀਏ, ਜਿਹੜੀ ਉਹ ਅਗਲੇ ਦੇ ਸੁਣਨ ਵਾਲੇ ਨੂੰ ਬਹੁਤ ਜ਼ਿਆਦਾ ਉਹ ਫਿਰ ਇਰੀਟੇਟਿੰਗ ਲੱਗਦੀ ਹੈਗੀ ਹੈ। ਜਾਂ ਫਿਰ ਤੁਸੀਂ ਬਹੁਤ ਜ਼ਿਆਦਾ ਹੌਲੀ ਬੋਲੋ, ਸਲੋਅ ਬੋਲੋ, ਅਤੇ ਉਹ ਜਿਹੜਾ ਅੱਗੇ ਵਾਲਾ ਪਰਸਨ ਹੈ ਹੂ ਇਜ਼ ਲਿਸਨਿੰਗ ਟੂ ਅਸ, ਉਹਨੂੰ ਜਿਹੜੀ ਸਾਡੀ ਆਵਾਜ਼ ਜਿਹੜੀ ਉਹ ਸਮਝ ਵੀ ਨਾ ਆਵੇ। ਮਤਲਬ ਜਿਹੜੀ ਪਿਚ ਹੈ ਦੈਟ ਸ਼ੁੱਡ ਬੀ ਅਕੋਰਡਿੰਗ ਟੂ ਰਿਕੁਆਇਰਮੈਂਟ। ਅਤੇ ਇਹ ਜਿਹੜਾ ਪ੍ਰੋਪਰ ਰਿਦਮ ਦੇ ਵਿੱਚ ਹੋਣਾ ਚਾਹੀਦਾ ਹੈ। ਕਮਾਂਡ ਓਵਰ ਐਕਟਿਵ ਵੋਕੈਬਲਰੀ, ਜਿਹੜੀ ਤੁਹਾਡੀ
ਐਕਟਿਵ ਵੋਕੈਬਲਰੀ ਦੇ ਉੱਤੇ ਕਮਾਂਡ ਹੋਣੀ ਚਾਹੀਦੀ ਹੈ। ਐਕਟਿਵ ਵੋਕੈਬਲਰੀ 'ਤੇ ਕਮਾਂਡ ਤੋਂ ਭਾਵ ਹੈ ਰਾਜੇ, ਜਦੋਂ ਤੁਸੀਂ ਕੁਛ ਬੋਲਦੇ ਹੋ ਤਾਂ ਮਤਲਬ ਇਹ ਨਹੀਂ ਕਿ ਤੁਹਾਨੂੰ ਸ਼ਬਦਾਂ ਦੀ ਕਮੀ ਪੈ ਜਾਵੇ, ਤਾਂ ਇਹ ਨਹੀਂ ਕਿ ਤੁਸੀਂ ਫਿਲਰਸ ਮਤਲਬ ਅਸੀਂ ਇਹਨੂੰ ਫਿਲਰਸ ਕਹਿੰਦੇ ਹਾਂ, ਅਸੀਂ ਫਿਲਰਸ ਨਾ ਯੂਜ਼ ਕਰੀਏ। ਫਿਲਰਸ ਅਸੀਂ ਕਦੋਂ ਯੂਜ਼ ਕਰਦੇ ਹਾਂ? ਵੈਨ ਦੇਰ ਇਜ਼ ਲੈਕ ਆਫ vocabulary, especially active vocabulary, because there are two types of vocabulary, active and passive. Active vocabulary is that ਕਿ ਜਿਹੜੇ ਵਰਡ ਸਾਡੇ ਟਿਪਸ 'ਤੇ ਨੇ, ਜਿਹੜੇ ਵਰਡ ਅਸੀਂ ਕਾਮਨਲੀ ਯੂਜ਼ ਕਰਦੇ ਹਾਂ, ਉਹਨੂੰ ਕਹਿੰਦੇ ਆ ਜੀ ਐਕਟਿਵ ਵੋਕੈਬਲਰੀ। ਅਤੇ ਜਿਹੜੀ ਤੁਹਾਡੀ ਐਕਟਿਵ ਵੋਕੈਬਲਰੀ ਆ ਉਹਦੇ 'ਤੇ ਤੁਹਾਡੀ ਕਮਾਂਡ ਹੋਣੀ ਚਾਹੀਦੀ ਹੈ। ਤੁਹਾਡੇ ਵਰਡਸ ਜਿਹੜੇ ਟਿਪਸ 'ਤੇ ਹੋਣੇ ਚਾਹੀਦੇ ਨੇ, ਔਰ ਤੁਸੀਂ ਕੁਝ ਵੀ ਬੋਲੋ ਜਿਹੜੇ ਵਰਡਸ ਨੇ ਦੇ ਸ਼ੁੱਡ ਆਟੋਮੈਟਿਕਲੀ ਕਮ ਟੂ ਯੂ। ਇਹ ਨਹੀਂ ਕਿ ਤੁਹਾਨੂੰ ਸ਼ਬਦਾਂ ਦੀ ਕਮੀ ਪੈ ਜਾਵੇ। ਸੋ ਇੱਕ ਪੈਸਿਵ ਵੋਕੈਬਲਰੀ ਵੀ ਹੁੰਦੀ ਹੈ, ਮੈਂ ਵੈਸੇ ਦੱਸ ਦਿੰਦਾ 2 ਲਾਈਨਸ ਵਿੱਚ। ਪੈਸਿਵ ਵੋਕੈਬਲਰੀ ਰਾਜੇ ਉਹ ਹੁੰਦੀ ਹੈ ਜਿਹੜੇ ਸਾਡੀ ਉਹ ਵੋਕੈਬਲਰੀ ਜਿਹੜੇ ਸ਼ਬਦ ਅਸੀਂ ਜ਼ਿਆਦਾ ਯੂਜ਼ ਨਹੀਂ ਕਰਦੇ। ਜਦੋਂ ਤੁਸੀਂ ਕੁਛ ਨਵਾਂ, ਕੁਛ ਅਲੱਗ, ਕੁਛ ਯੂਨੀਕ ਵਰਡ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਯੂ ਟਰਾਈ ਟੂ ਰੀਕੋਲ ਇਟ, ਤਾਂ ਉਹ ਕਿੱਥੇ ਪਿਆ ਹੋਇਆ? ਤੁਹਾਡੀ ਪੈਸਿਵ ਵੋਕੈਬਲਰੀ ਦੇ ਵਿੱਚ ਪਿਆ ਹੋਇਆ ਹੈ। ਅਤੇ ਤੁਸੀਂ ਟਰਾਈ ਕਰਦੇ ਹੋ ਕਿ ਤੁਸੀਂ ਉਹਨੂੰ ਰੀਕੋਲ ਕਰੋ। ਕਿ ਮੈਂ ਇਹਨੂੰ ਫੋਰ ਐਗਜ਼ਾਮਪਲ ਤੁਸੀਂ ਸੋਚ ਰਹੇ ਹੋ ਕਿ ਇਸ ਚੀਜ਼ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ, ਤੁਸੀਂ ਬੜਾ ਜ਼ੋਰ ਦੇ ਰਹੇ ਹੋ ਆਪਣੇ ਦਿਮਾਗ ਦੇ ਵਿੱਚ ਕਿ ਮੈਨੂੰ ਯਾਦ ਤਾਂ ਸੀ, ਮੈਂ ਸੁਣਿਆ ਤਾਂ ਸੀ, ਮੈਨੂੰ ਦੱਸਿਆ ਤਾਂ ਸੀ ਕਿਸੇ ਨੇ, ਹੈ ਨਾ, ਬਟ ਤੁਹਾਨੂੰ ਯਾਦ ਨਹੀਂ ਆ ਰਿਹਾ। ਦੈਟ ਇਜ਼ ਲਾਇੰਗ ਇਨ ਯਰ ਪੈਸਿਵ ਵੋਕੈਬਲਰੀ। ਸੋ ਇੱਥੇ ਅਸੀਂ ਗੱਲ ਕਰ ਰਹੇ ਹਾਂ ਸਿਰਫ ਐਕਟਿਵ ਵੋਕੈਬਲਰੀ ਦੀ, ਕਿ ਤੁਹਾਡੀ ਜਿਹੜੀ ਐਕਟਿਵ ਵੋਕੈਬਲਰੀ 'ਤੇ ਕਮਾਂਡ ਹੋਣੀ ਚਾਹੀਦੀ ਹੈ। ਸ਼ਬਦ ਆਪਣੇ ਆਪ ਤੁਹਾਡੇ ਅੱਗੇ ਆਪ ਮੁਹਾਰੇ ਆ ਜਾਣੇ ਚਾਹੀਦੇ ਨੇ। ਗੁੱਡ ਨੌਲੇਜ ਆਫ ਸਟਰਕਚਰ, ਜਿਹੜੀ ਤੁਹਾਨੂੰ ਸਟਰਕਚਰ ਦੀ ਨੌਲੇਜ ਹੋਣੀ ਚਾਹੀਦੀ। ਸਟਰਕਚਰ ਮੀਨਸ ਸੈਂਟੈਂਸ ਸਟਰਕਚਰ, ਕਿਉਂਕਿ ਹਰ ਲੈਂਗੁਏਜ ਦਾ ਆਪਣਾ ਆਪਣਾ ਸੈਂਟੈਂਸ ਸਟਰਕਚਰ ਹੁੰਦਾ ਹੈ। ਕਿਤੇ ਸਬਜੈਕਟ ਯੂਜ਼ ਹੋਣਾ, ਦੈਨ ਹੈਲਪਿੰਗ ਵਰਬ, ਦੈਨ ਵਰਬ। ਜੇ ਅਸੀਂ ਇੰਗਲਿਸ਼ ਦੀ ਗੱਲ ਕਰੀਏ ਤਾਂ ਉਹਦੇ 'ਚ ਕਿਹੜਾ ਪੈਟਰਨ ਲੱਗਦਾ ਹੈ ਕਿ ਪਹਿਲਾਂ ਸਬਜੈਕਟ ਯੂਜ਼ ਕਰਦੇ ਹਾਂ ਅਸੀਂ, ਫਿਰ ਵਰਬ ਯੂਜ਼ ਕਰਦੇ ਹਾਂ, ਫਿਰ ਓਬਜੈਕਟ। ਅਤੇ ਕੁਝ ਕੇਸਾਂ 'ਚ ਅਸੀਂ ਹੈਲਪਿੰਗ ਵਰਬ ਵੀ ਯੂਜ਼ ਕਰਦੇ ਹਾਂ ਅਤੇ ਵਰਬ ਦੀ ਫੋਰਮ ਜਿਹੜੀ ਉਹ ਅਕੋਰਡਿੰਗਲੀ ਚੇਂਜ ਹੋ ਜਾਂਦੀ ਹੈ ਨਾ। ਸੋ ਸਾਨੂੰ ਪੈਟਰਨ ਜ਼ਰੂਰ ਪਤਾ ਹੋਣਾ ਚਾਹੀਦਾ, ਸੈਂਟੈਂਸ ਪੈਟਰਨ ਕੀ ਹੈ, ਉਹਦੇ 'ਤੇ ਵੀ ਤੁਹਾਡੀ ਕਮਾਂਡ ਜਿਹੜੀ ਹੋਣੀ ਚਾਹੀਦੀ ਹੈ। ਤੁਹਾਨੂੰ ਨੌਲੇਜ ਹੋਣੀ ਚਾਹੀਦੀ ਕਿ ਸੈਂਟੈਂਸ ਸਟਰਕਚਰ ਕੀ ਹੈ। ਐਪਰੋਪਰੀਏਟ ਪ੍ਰੋਨਾਂਸੀਏਸ਼ਨ, ਜਿਹੜਾ ਤੁਹਾਡਾ ਉਚਾਰਨ ਹੈ ਉਹ ਬਿਲਕੁਲ ਠੀਕ ਅਤੇ ਸ਼ੁੱਧ ਹੋਣਾ ਚਾਹੀਦਾ ਹੈ। ਜੇਕਰ ਤੁਹਾਨੂੰ ਕਿਸੇ ਸ਼ਬਦ ਦਾ ਉਚਾਰਨ ਨਹੀਂ ਪਤਾ ਤਾਂ ਤੁਹਾਨੂੰ ਡਿਕਸ਼ਨਰੀ ਦੇ ਵਿੱਚੋਂ ਦੇਖ ਲੈਣਾ ਚਾਹੀਦਾ, ਕਿਉਂਕਿ ਡਿਕਸ਼ਨਰੀ ਸਿਰਫ ਮੀਨਿੰਗ ਦੇਖਣ ਲਈ ਨਹੀਂ ਹੁੰਦੀ, ਉਹਦੇ 'ਤੇ ਪ੍ਰੋਪਰ ਜਿਹੜਾ ਸਟ੍ਰੈਸ ਦੱਸਿਆ ਗਿਆ ਹੁੰਦਾ ਹੈ, ਉਹਦੀ ਪ੍ਰੋਨਾਂਸੀਏਸ਼ਨ ਦੱਸੀ ਗਈ ਹੁੰਦੀ ਹੈ, ਉਹਦਾ ਐਡਜੈਕਟਿਵ, ਉਹਦਾ ਨਾਊਨ, ਹਰ ਇੱਕ ਚੀਜ਼ ਦੱਸੀ ਗਈ ਹੁੰਦੀ ਹੈ ਕਿ ਤੁਸੀਂ ਉਸ ਸ਼ਬਦ ਨੂੰ ਐਜ਼ ਐਡਜੈਕਟਿਵ, ਐਜ਼ ਨਾਊਨ ਕਿਵੇਂ ਯੂਜ਼ ਕਰਨਾ। ਜੇਕਰ ਤੁਸੀਂ ਐਜ਼ ਵਰਬ ਉਹਨੂੰ ਲੈ ਰਹੇ ਹੋ ਤਾਂ ਨਾਲ ਉਹਦਾ ਸਟ੍ਰੈਸ ਦੱਸਿਆ ਗਿਆ ਹੁੰਦਾ ਕਿ ਕਿਹੜੇ ਸਿਲੇਬਲਸ 'ਤੇ ਤੁਸੀਂ ਸਟ੍ਰੈਸ ਦੇਣਾ ਹੈ, ਕਿਹੜੇ 'ਤੇ ਨਹੀਂ, ਅਤੇ ਨਾਲ ਦੀ ਨਾਲ ਤੁਹਾਨੂੰ ਉਹਦਾ ਜਿਹੜਾ ਉਚਾਰਨ ਵੀ ਦੱਸਿਆ ਗਿਆ ਹੁੰਦਾ ਹੈ, ਪ੍ਰੋਨਾਂਸੀਏਸ਼ਨ। ਜੇ ਤੁਹਾਨੂੰ ਉੱਥੇ ਪੜ੍ਹ ਕੇ ਉਹ ਕੁਛ ਕਈ ਵਾਰ ਟਫ ਲੱਗਦਾ ਹੈ, ਕਿਉਂਕਿ ਉੱਥੇ ਕੀ ਹੁੰਦਾ ਹੈ ਡਿਕਸ਼ਨਰੀ 'ਤੇ ਜਿਹੜੇ ਇੰਗਲਿਸ਼ ਦੇ ਲੈਟਰਸ ਨੇ ਉਹਨਾਂ ਨੂੰ ਉਲਟੇ ਕਰਕੇ ਲਿਖਿਆ ਹੁੰਦਾ ਹੈ। ਜੇਕਰ ਤੁਹਾਨੂੰ ਉੱਥੇ ਸਮਝ ਨਹੀਂ ਲੱਗਦੀ ਤਾਂ ਅੱਜ ਇੱਕ ਹੋਰ ਬਹੁਤ ਹੀ ਈਜ਼ੀ ਚੀਜ਼ ਹੈ ਤੁਹਾਡਾ ਮੋਬਾਇਲ ਫੋਨ। ਤੁਸੀਂ ਮੋਬਾਇਲ ਫੋਨ 'ਤੇ ਜਾਓ, ਗੂਗਲ ਦੇ ਵਿੱਚ ਜਾ ਕੇ ਜਿਹੜੇ ਵੀ ਵਰਡ ਦਾ ਤੁਸੀਂ ਪ੍ਰੋਨਾਂਸੀਏਸ਼ਨ ਦੇਖਣਾ ਚਾਹੁੰਦੇ ਹੋ ਉਹਨੂੰ ਭਰ ਕੇ ਉਹਦਾ ਮੀਨਿੰਗ ਲਿਖ ਕੇ ਭਰ ਦਿਓ ਕਿ ਇਸ ਵਰਡ ਦਾ ਮੀਨਿੰਗ ਕੀ ਹੈ। ਅਤੇ ਜਿਹੜੀ ਮੋਬਾਇਲ ਦੇ ਵਿੱਚ ਡਿਕਸ਼ਨਰੀ ਨਾਲ ਤਾਂ ਤੁਹਾਨੂੰ ਉਹਦਾ ਮੀਨਿੰਗ ਦੱਸ ਦਿੱਤਾ ਜਾਊਗਾ, ਅਤੇ ਨਾਲ ਉਹਦੀ ਇੱਕ ਸਪੀਕਰ ਦਾ ਉੱਥੇ ਜਿਹੜਾ ਸਾਈਨ ਆ ਜਾਏਗਾ ਜੀ, ਤੁਸੀਂ ਉਸ ਸਪੀਕਰ 'ਤੇ ਕਲਿੱਕ ਕਰੋਗੇ ਤਾਂ ਉੱਥੇ ਤੁਹਾਨੂੰ ਸਾਊਂਡ ਉਹਦੀ ਸੁਣਨ ਨੂੰ ਮਿਲ ਜਾਏਗੀ ਕਿ ਉਸ ਵਰਡ ਨੂੰ ਕਿਵੇਂ ਬੋਲਣਾ ਹੈ, ਉਹਦੀ ਸਹੀ ਪ੍ਰੋਨਾਂਸੀਏਸ਼ਨ ਕੀ ਹੈ। ਅਤੇ ਨੈਕਸਟ ਹੈ ਜੀ ਨੌਲੇਜ ਆਫ ਐਸਪੈਕਟ ਐਂਡ ਟੋਨਸ। ਜਿਹੜੀ ਉਹਦੀ ਟੋਨਸ ਦੀ ਅਤੇ ਐਸਪੈਕਟ ਦੀ ਨੌਲੇਜ ਵੀ ਹੋਣੀ ਚਾਹੀਦੀ ਹੈ। ਉਹਦੀ ਐਕਸੈਪਟੈਂਸ ਕੀ ਹੈ ਅਤੇ ਉਹਦੀ ਟੋਨ ਕੀ ਹੈ, ਕਿਸ ਟੋਨ ਦੇ ਵਿੱਚ ਅਸੀਂ ਕਿਸੇ ਵਰਡ ਨੂੰ ਗੱਲ ਕਰਨੀ ਹੈ, ਠੀਕ ਹੈ। ਇਹ ਸੀ ਰਾਜੇ ਕੁਛ ਬੇਸਿਕ ਐਜੈਂਪਸ਼ਨਸ। ਅਤੇ ਹੁਣ ਗੱਲ ਕਰ ਲੈਂਦੇ ਓਬਜੈਕਟਿਵਸ। ਓਬਜੈਕਟਿਵ ਦਾ ਮਤਲਬ ਹੁੰਦਾ ਹੈ ਰਾਜੇ ਉਦੇਸ਼। ਓਬਜੈਕਟਿਵਸ ਆਫ CLT ਮਤਲਬ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ। ਓਬਜੈਕਟਿਵ ਦੇ ਵਿੱਚ ਰਾਜੇ ਕਿ ਟੂ ਅੰਡਰਸਟੈਂਡ ਸਪੋਕਨ
हाँ, टू अंडरस्टैंड स्पोकन इंग्लिश ਨੂੰ ਸਮਝਣਾ। ਮਤਲਬ ਕੀ ਹੈ ਰਾਜੇ, ਟੂ ਅੰਡਰਸਟੈਂਡ ਸਪੋਕਨ ਇੰਗਲਿਸ਼ ਮਤਲਬ ਬੋਲੀ ਜਾਣ ਵਾਲੀ ਭਾਸ਼ਾ ਨੂੰ, ਇੰਗਲਿਸ਼ ਨੂੰ ਸਮਝਣਾ। ਕਿ ਜਦੋਂ ਅਸੀਂ ਲੈਂਗੁਏਜ ਨੂੰ, ਕਿਉਂਕਿ ਕਮਿਊਨੀਕੇਟਿਵ ਦੇ ਵਿੱਚ ਮੇਨ ਸਟਰੈਸ ਕਿਸ ਚੀਜ਼ 'ਤੇ ਹੈ? ਬੋਲਣ 'ਤੇ। ਪ੍ਰੈਕਟੀਕਲ ਆਸਪੈਕਟ 'ਤੇ। ਅਤੇ ਪ੍ਰੈਕਟੀਕਲ ਆਸਪੈਕਟ ਕੀ ਹੈ ਰਾਜੇ? ਬੋਲਣਾ, ਲਿਖਣਾ, ਜ਼ਿਆਦਾਤਰ ਬੋਲਣਾ। ਤਾਂ ਉਹਨੂੰ ਸਮਝਣਾ ਕਿ ਜਿਹੜੀ ਬੋਲੀ ਜਾਣ ਵਾਲੀ ਇੰਗਲਿਸ਼ ਹੈ ਕੀ ਹੈ। ਜੇ ਸਮਝੋਗੇ ਫਿਰ ਹੀ ਤੁਸੀਂ ਉਹਨੂੰ ਬੋਲ ਸਕੋਗੇ। ਨੈਕਸਟ ਹੈ ਟੂ ਸਪੀਕ। ਜਦੋਂ ਤੁਸੀਂ ਸਪੋਕਨ ਇੰਗਲਿਸ਼ ਨੂੰ ਸਮਝ ਲਓਗੇ ਫਿਰ ਹੀ ਤੁਸੀਂ ਬੋਲ ਸਕੋਗੇ। ਐਂਡ ਇੱਕ ਹੋਰ ਚੀਜ਼ ਰਾਜੇ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਮੈਂ ਤੁਹਾਨੂੰ ਪੰਜਾਬੀ 'ਚ ਐਕਸਪਲੇਨ ਕਰ ਰਿਹਾ ਵਾਂ। ਜੇਕਰ ਦੇਖਿਆ ਜਾਵੇ ਤਾਂ ਇੰਗਲਿਸ਼ ਸਬਜੈਕਟ ਸ਼ੁੱਡ ਬੀ ਇਨ ਇੰਗਲਿਸ਼, ਬਟ ਸਟਿਲ ਆਈ ਐਮ ਐਕਸਪਲੇਨਿੰਗ ਇਟ ਇਨ Punjabi. There is a reason behind it, because I know there are many students who are unable to understand proper English, so that's why I'm explaining in Punjabi. So ਕਿਉਂਕਿ ਮੇਰਾ ਪਰਪਸ ਹੈ ਕਿ ਬੱਚਿਆਂ ਨੂੰ ਸਮਝ ਲੱਗ ਜੇ। ਜੇਕਰ ਤੁਹਾਨੂੰ ਸਮਝ ਨਹੀਂ ਲੱਗੇਗੀ ਤਾਂ ਫਿਰ ਸਿਰਫ ਇੰਗਲਿਸ਼ ਦੇ ਵਿੱਚ ਬੋਲਣ ਦਾ ਵੀ ਜ਼ਿਆਦਾ ਕੀ ਫਾਇਦਾ ਹੈ ਨਾ। ਆਪਣਾ ਪਰਪਸ ਹੈ ਕਿ ਤੁਹਾਨੂੰ ਉਸ ਚੀਜ਼ ਦਾ ਮਤਲਬ, ਉਸ ਚੀਜ਼ ਦਾ ਕੌਨਸੈਪਟ ਕਲੀਅਰ ਹੋ ਜੇ, ਤਾਂ ਕਿ ਤੁਸੀਂ ਪੇਪਰ ਦੇ ਵਿੱਚ ਜਾ ਕੇ, ਜਾਂ ਨੋਟ ਓਨਲੀ ਪੇਪਰ ਦੇ ਵਿੱਚ, ਕਿਤੇ ਵੀ ਤੁਸੀਂ ਉਸ ਚੀਜ਼ ਨੂੰ ਲਿਖਦੇ ਹੋ ਤਾਂ ਤੁਸੀਂ ਆਰਾਮ ਦੇ ਨਾਲ ਉਹ ਚੀਜ਼ ਨੂੰ ਲਿਖ ਦਿਓ ਆਪਣੀ ਲੈਂਗੁਏਜ ਦੇ ਵਿੱਚ, ਕਿਉਂਕਿ ਤੁਹਾਨੂੰ ਉਸ ਚੀਜ਼ ਦੀ ਸਮਝ ਲੱਗ ਜਾਣੀ ਹੈ। ਅਤੇ ਮੈਂ ਬਸ ਇਹੀ ਕਹੂੰਗਾ ਕਿ ਸ਼ਾਇਦ ਕੁਛ ਸਟੂਡੈਂਟਸ ਇਹ ਸਮਝ ਰਹੇ ਹੋਣ, ਸੋਚ ਰਹੇ ਹੋਣ ਕਿ ਜੇਕਰ ਇਹ ਇੰਗਲਿਸ਼ ਦੀ ਕਲਾਸ ਹੈ ਤਾਂ ਫਿਰ ਇਟ ਸ਼ੁੱਡ ਬੀ ਇਨ ਇੰਗਲਿਸ਼। So it is the reason that why I'm not explaining it in English, because there are many students who are unable to understand proper English, and that's why I'm doing this. So ਜੇ ਅਗਲਾ ਹੈ ਕਿ to understand written English, ਪਹਿਲਾਂ ਸੀ ਕਿ ਬੋਲੀ ਜਾਣ ਵਾਲੀ ਇੰਗਲਿਸ਼ ਨੂੰ ਸਮਝਣਾ, ਫਿਰ ਇੰਗਲਿਸ਼ ਨੂੰ ਬੋਲਣਾ। ਹੁਣ ਇੱਕ ਲਿਖੀ ਜਾਣ ਵਾਲੀ ਇੰਗਲਿਸ਼ ਨੂੰ ਸਮਝਣਾ ਅਤੇ ਫਿਰ ਇੰਗਲਿਸ਼ ਨੂੰ ਲਿਖਣਾ। ਜਦੋਂ ਤੁਸੀਂ ਸਮਝ ਜਾਓਗੇ ਕਿ ਕਿਵੇਂ ਲਿਖਣਾ ਹੈ ਇੰਗਲਿਸ਼ ਨੂੰ, ਅਤੇ ਫਿਰ ਤੁਸੀਂ ਲਿਖ ਵੀ ਸਕੋਗੇ। ਜਦ ਤੱਕ ਤੁਹਾਨੂੰ ਸਮਝ ਨਹੀਂ ਲੱਗਦੀ ਤਾਂ ਤੁਸੀਂ ਉਹ ਚੀਜ਼ ਨੂੰ ਕਰੋਗੇ ਕਿਵੇਂ? ਠੀਕ ਹੈ। ਨੈਕਸਟ ਹੈ ਟੂ ਇਨਹਾਂਸ ਵੋਕੈਬਲਰੀ ਨੂੰ ਇਨਹਾਂਸ ਕਰਨਾ। ਮਤਲਬ ਤੁਹਾਡੀ ਜਿਹੜੀ ਵੋਕੈਬਲਰੀ ਹੈ, ਵੈਦਰ ਇਟ ਇਜ਼ ਸਪੈਸ਼ਲੀ ਐਕਟਿਵ ਵੋਕੈਬਲਰੀ ਜਿਹੜੀ ਹੈ ਉਹਨੂੰ ਵਧਾਉਣਾ। ਇਨਹਾਂਸ ਕਰਨਾ ਮਤਲਬ ਇਨਲਾਰਜ ਕਰਨਾ, ਵਧਾਉਣਾ। ਅਤੇ ਮੋਟੀਵੇਟ ਦਾ ਸਟੂਡੈਂਟ, ਬੱਚਿਆਂ ਨੂੰ ਮੋਟੀਵੇਟ ਕਰਨਾ ਕਿ ਤੁਸੀਂ ਇਸ ਨੂੰ ਬੋਲੋ। ਉਹਦੇ ਜਿਹੜੇ ਪ੍ਰੈਕਟੀਕਲ ਐਸਪੈਕਟਸ ਹੈ ਉਹਦੇ ਵਿੱਚ ਉਹਨਾਂ ਨੂੰ ਐਕਸਪਰਟ ਕਰਨ ਦੇ ਲਈ ਮੋਟੀਵੇਟ ਕਰਨਾ ਕਿ ਬੋਲੋ, ਜ਼ਿਆਦਾ ਤੋਂ ਜ਼ਿਆਦਾ ਬੋਲਣ ਦੀ ਪ੍ਰੈਕਟਿਸ ਕਰੋ, ਲਿਖਣ ਦੀ ਪ੍ਰੈਕਟਿਸ ਕਰੋ। ਜੇਕਰ ਤੁਸੀਂ ਪ੍ਰੈਕਟਿਸ ਕਰੋਗੇ ਫਿਰ ਹੀ ਤੁਸੀਂ ਸਿੱਖੋਗੇ। ਅਲੱਗ ਅਲੱਗ ਚੀਜ਼ਾਂ ਦੇ ਨਾਲ ਉਹਨਾਂ ਨੂੰ ਬੋਲਣ ਦੇ ਲਈ ਚਾਂਸਿਸ ਪ੍ਰੋਵਾਈਡ ਕਰਨੇ, ਅਲੱਗ ਅਲੱਗ ਚੀਜ਼ਾਂ ਉਹਨਾਂ ਨੂੰ ਲਿਖਣ ਨੂੰ ਦੇਣੀਆਂ, ਤਾਂ ਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਮੋਟੀਵੇਸ਼ਨ ਮਿਲੇ। ਨੈਕਸਟ ਹੈ ਕਿ ਜਿਹੜੀ ਕਮਿਊਨੀਕੇਟਿਵ ਕੰਪੀਟੈਂਸੀਜ਼, ਜਿਹੜੀ ਨਿਪੁੰਨਤਾ ਹੈ, ਕੁਸ਼ਲਤਾ ਹੈ ਕਮਿਊਨੀਕੇਟਿਵ, ਉਹ ਹਾਸਿਲ ਕਰਨੀ। ਬਿਕੋਜ਼ ਡਿਵੈਲਪਮੈਂਟ ਆਫ ਕਮਿਊਨੀਕੇਟਿਵ ਕੰਪੀਟੈਂਸੀ ਅਮੰਗ ਦ ਲਰਨਰ ਇਜ਼ ਦਾ ਮੇਨ ਓਬਜੈਕਟਿਵ ਆਫ CLT। ਇਹਦਾ ਮੇਨ ਓਬਜੈਕਟਿਵ ਹੈ ਤੁਹਾਡੀ ਕਮਿਊਨੀਕੇਟਿਵ ਕੰਪੀਟੈਂਸੀ ਜਿਹੜੀ ਤੁਹਾਡੇ 'ਚ ਪੈਦਾ ਕਰਨੀ। ਸੋ ਇਹ ਚੀਜ਼ ਕਹੀ ਹੈ ਜੀ ਪ੍ਰੋਫੈਸਰ ਡੈਲ ਹਾਇਮਸ ਨੇ ਕਿਹਾ ਵਾ ਕਿ ਮੇਨ ਇਹ ਹੈਗਾ ਏ, ਮੇਨ ਐਗਜ਼ੈਕਟਿਵ ਹੈ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਦਾ ਮੇਨ ਓਬਜੈਕਟਿਵ ਹੈ ਕਿ ਜਿਹੜੀ ਕਮਿਊਨੀਕੇਟਿਵ ਕੰਪੀਟੈਂਸੀ ਦਾ ਵਿਕਾਸ, ਡਿਵੈਲਪਮੈਂਟ ਆਫ ਕਮਿਊਨੀਕੇਟਿਵ ਕੰਪੀਟੈਂਸੀ। ਨੈਕਸਟ ਹੈ ਕ੍ਰੀਏਟਿੰਗ ਮੀਨਿੰਗ। ਦੇਖੋ ਇਹਦੇ 'ਚ ਜ਼ਿਆਦਾ ਕਿਉਂਕਿ ਬੋਲਣ 'ਤੇ ਜ਼ੋਰ ਦਿੱਤਾ ਜਾਂਦਾ ਹੈ ਰਾਦਰ ਦੈਨ ਗ੍ਰਾਮੈਟੀਕਲ ਸਟਰਕਚਰ। ਸੋ ਗ੍ਰਾਮੈਟੀਕਲ ਸਟਰਕਚਰ ਦੀ ਬਜਾਏ ਜ਼ਿਆਦਾ ਪ੍ਰੈਕਟੀਕਲ ਆਸਪੈਕਟ 'ਤੇ ਜ਼ੋਰ ਦਿੱਤਾ ਜਾਂਦਾ ਹੈ। ਤਾਂ ਪ੍ਰੈਕਟੀਕਲ ਆਸਪੈਕਟ ਦਾ ਮਤਲਬ ਹੈ ਬੋਲਣਾ ਅਤੇ ਲਿਖਣਾ। ਅਤੇ ਜੇਕਰ ਤੁਸੀਂ ਕੋਈ ਲੈਂਗੁਏਜ ਨੂੰ ਬੋਲਦੇ ਹੋ ਜਾਂ ਲਿਖਦੇ ਹੋ ਤਾਂ ਤੁਹਾਨੂੰ ਘੱਟੋ ਘੱਟ ਉਹਦੀ ਮੀਨਿੰਗ ਪਤਾ ਹੋਣੀ ਚਾਹੀਦੀ ਹੈ, ਫਿਰ ਹੀ ਉਹਦਾ ਜਿਹੜਾ ਪ੍ਰੋਪਰ ਯੂਜ਼ ਤੁਸੀਂ ਕਰ ਸਕੋਗੇ। ਤੁਸੀਂ ਕੁਛ ਵਰਡਸ ਬੋਲੀ ਜਾ ਰਹੇ ਹੋ ਬਟ ਤੁਹਾਨੂੰ ਉਹਦੀ ਮੀਨਿੰਗ ਨਹੀਂ ਪਤਾ, ਸੋ ਵੀ ਕਾਂਟ ਸੇ ਦੈਟ ਇਟ ਇਜ਼ ਕਮਿਊਨੀਕੇਸ਼ਨ। ਕਿ ਜਦ ਤੱਕ ਤੁਹਾਨੂੰ ਉਹਦਾ ਮੀਨਿੰਗ ਨਹੀਂ ਪਤਾ, ਉਹਦਾ ਅਰਥ ਨਹੀਂ ਪਤਾ ਕਿ ਤੁਸੀਂ ਕੀ ਬੋਲੀ ਜਾ ਰਹੇ ਹੋ, ਤਦ ਤੱਕ ਵੀ ਕਾਂਟ ਸੇ ਦੈਟ ਇਟ ਇਜ਼ ਪ੍ਰੋਪਰ ਕਮਿਊਨੀਕੇਸ਼ਨ। ਟੂ ਹੈਲਪਫੁਲ ਫॉर ਰੀਅਲ ਲਾਈਫ ਦੇ ਲਈ ਹੈਲਪਫੁਲ ਬਣਾਉਣਾ ਇਹਨੂੰ,
बिकॉज जी इफेक्टिव कम्यूनीकेशन इज़ अ वैरायटी ऑफ रियल लाइफ कॉन्टैक्सट तो जी इफेक्टिव कम्यूनीकेशन है ये जी की कह सकते हैं वैरायटी ऑफ रियल लाइफ कॉन्टैक्सट है ये नैक्सट है कि स्ट्रैस ऑन मीनिंग एंड फंक्शनस ये असी गल पहला भी कर ही चुके हैं कि वो मीनिंग तो फंक्शन तो फंक्शनैलिटी ते जिहड़ा स्ट्रैस दिता जाता है ज़्यादातर रादर दैन इट्स ग्रामैटिकल स्ट्रक्चर सो टू डेवलप प्रॉब्लम सॉल्विंग एबिलिटी प्रॉब्लम सॉल्विंग एबिलिटी रजे की होंदी है कि जदों असी कुछ सानू कुछ प्रॉब्लम दित्तियां जांदियां ने एंड वी ट्राई टू सॉल्व दोज प्रॉब्लम्स एंड जदों असी उसनूं सॉल्व करन दे विच किन्ने क असी कुशल हाँ किन्ने क असी एबल हाँ दैट इज़ कॉल्ड प्रॉब्लम सॉल्विंग एबिलिटी जेकर तुसी उस प्रॉब्लम नूं बहुत वधिया तरीके दे नाल सॉल्व कर लिया दैट मीनस कि तुहाडे च जिहड़ी प्रॉब्लम सॉल्विंग एबिलिटी है वो बहुत वधिया है तुहाडी जेकर तुसी इफ़ यू आर अनेबल टू डू सो इट मीनस योर प्रॉब्लम सॉल्विंग एबिलिटी नीड्स इंप्रूवमेंट ठीक है सो टू डेवलप प्रॉब्लम सॉल्विंग एबिलिटी ਉਹਦੇ 'ਚ ਵੀ ਤੁਹਾਡੇ 'ਚ ਇੱਕ ਪ੍ਰੋਬਲਮ ਸੋਲਵਿੰਗ ਐਬਿਲਿਟੀ ਡਿਵੈਲਪ ਹੁੰਦੀ ਹੈ ਜਦੋਂ ਤੁਹਾਨੂੰ ਕੁਝ ਟੌਪਿਕਸ ਦਿੱਤੇ ਜਾਂਦੇ ਨੇ ਕਿ ਤੁਸੀਂ ਇਹਦੇ 'ਤੇ ਤੁਸੀਂ ਆਇਲਟਸ ਦੇ ਵਿੱਚ ਜਿਹੜੇ ਬੱਚਿਆਂ ਨੇ ਆਇਲਟਸ ਕੀਤੀ ਹੈ ਜਾਂ ਕਰ ਰਹੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਸਪੀਕਿੰਗ ਦੀ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਨੂੰ ਇੱਕ ਟੌਪਿਕ ਦੇ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਟੌਪਿਕ 'ਤੇ ਬੋਲੋ ਵਿਦਾਊਟ ਗਾਈਡੈਂਸ ਆਫ ਟੀਚਰ ਤੁਹਾਨੂੰ ਖੁਦ ਨੂੰ ਉਸ ਟੌਪਿਕ 'ਤੇ ਇੱਕ ਸਪੀਚ ਲਾਈਕ ਕਹਿ ਲਓ ਤਿਆਰ ਕਰਨੀ ਪੈਂਦੀ ਹੈ ਅਤੇ ਬੋਲਣੀ ਪੈਂਦੀ ਹੈ तो एक तरह नाल की है कि टीचर ने तुहानूं एक प्रॉब्लम दित्ती ते तुसीं उस प्रॉब्लम नूं सॉल्व करन दे लई अपनी कोशिश कीती अपने एफर्ट्स कीतियां ते तुसीं किन्ना वधिया बोलदे हो उन्नी वधिया तुहाडी प्रॉब्लम सॉल्विंग एबिलिटी है क्योंकि प्रॉब्लम ही हुंदियां रजे दीज आर कॉल्ड एजुकेशनल प्रॉब्लम जिहड़ियां साडीआं लाइफ दियां परसनल प्रॉब्लम्स हुंदियां ने वो डिफरेंट ने इन्हां नालों ठीक है इस जी कुछ ऑब्जैक्टिव्स जिहड़े CLT दे लई जरूरी है हुण प्रोसीजर की है जी इहदा जेकर असी कम्यूनीकेटिव लैंग्वेज दे जिहड़ी करदे ने टीचर उहनूं क्लास दे विच जी उहदा इह जिहड़ी इंप्लीमेंटेशन करते हैं तो वो की स्टैप्स ने की प्रोसीजर है सब तो पहला है ब्रीफ डायलॉग टीचर प्रेजेंट आ ब्रीफ डायलॉग और सेवरल मिनी डायलॉग्स ठीक है प्रोसीडेड by a motivation and a discussion of the function and situation pupil role setting topics and the informality or formality of the language which is the function and situation and demand ठीक है कि जेड़ा टीचर है की करता जी वो या तो फिर एक छोटे डायलॉग से बोलता है या फिर काफ़ी सारे मिनी डायलॉग्स बोलता है तो जेड़े अगे फिर प्रोसीडेड बाय मोटिवेशन एंड डिस्कशन ऑफ द फंक्शन एंड सिचुएशन दैन फिर उन्होंने ते एक छोटा जिहा डिस्कशन मोटिवेशन जिहड़ा वो कीता जाता है अगे जाके कि रूल्स सैटिंग टॉपिक्स एंड फॉर्मैलिटी या फिर इनफॉर्मैलिटी ऑफ लैंग्वेज विच द फंक्शन एंड सिचुएशन डिमांड जिहड़ी कि उस समय सिचुएशन की मंग होंदी है या फंक्शन की मंग होंदी है मतलब डायलॉग्स तो बाद एक छोटा जिहा हैल्दी डिस्कशन लिया जाता है जिहदे ते गल कीती जाती कि सैटिंग बारे रोल बारे टॉपिक बारे ठीक है नैक्सट है कि ओरल प्रैक्टिस मतलब द टीचर अलाउज ओरल प्रैक्टिस ऑफ ईच ऑडियंस ऑफ द डायलॉग इधर इन कोर्स इन ग्रुप और इंडिविजुअली मतलब टीचर जिहड़ा है वो अलाउ करता है एक ओरल प्रैक्टिस ऑफ ईच ऑडियंस की होंदा है वाक सेंटेंस ईच ऑडियंस ऑफ द डायलॉग मतलब डायलॉग के हर वाक की जिहड़ी प्रैक्टिस के लिए टीचर जिहड़ा वो अलाउ करता है ईदर इन कोर्स इन ग्रुप्स और इंडिविजुअली या तो कोर्स दे विच इकट्ठियां नूं या ग्रुप्स दे विच ते या फिर इकल्ले करके ठीक है सारिਆਂ ਨੂੰ मतलब ओरल प्रैक्टिस का जिहड़ा एक चांस दिता जाता है द ओरल प्रैक्टिस इज़ प्रोसीडेड बाय द टीचर मॉडल ठीक है टीचर मॉडल के नाल फर्दर फिर अगे प्रोसीडेड होंदी है जी नैक्सट है सैटिंग ऑफ क्वेश्चन अकॉर्डिंग टू डायलॉग
फिर डायलॉग के अकॉर्डिंग जेह्ड़े क्वेश्चन जेह्ड़े ओह् सैट करने द टीचर सैट्स क्वेश्चनस बेस्ड ऑन द डायलॉग प्रैक्टिस प्रैक्टिसाइज्ड एंड इलिसिट्स आंसर। ਜਿਹੜਾ ਟੀਚਰ ਹੈ ਉਹ ਕੀ ਕਰਦਾ ਹੈ, ਕੁਐਸਚਨ ਸੈੱਟ ਕਰਦਾ ਹੈ ਬੇਸਡ ਔਨ ਡਾਇਲੋਗ ਐਂਡ ਪ੍ਰੈਕਟਿਸ ਅਤੇ ਡਾਇਲੋਗ ਦੇ ਅਨੁਸਾਰ ਉਹ ਕੁਐਸਚਨ ਸੈੱਟ ਕਰਦਾ ਹੈ। ਫਿਰ ਕੀ ਕਰਦਾ ਉਹ ਐਲੀਸਿਟ ਆਨਸਰਸ, ਫਿਰ ਉਹ ਉਹਨਾਂ ਦੇ ਜਿਹੜੇ ਆਨਸਰ ਦੱਸਦਾ ਹੈ। ਦੈਨ ਹੈ ਕਿ ਦ ਟੀਚਰ ਸੈਟਸ ਕੁਐਸਚਨ ਔਨ ਦ ਸਟੂਡੈਂਟਸ ਪਰਸਨਲ ਐਕਸਪੀਰੀਅੰਸਿਸ। ਪਹਿਲਾਂ ਤਾਂ ਸੀ ਕਿ ਜੋ ਡਾਇਲੋਗ ਸੀ ਉਹਦੇ ਅਕੋਰਡਿੰਗ ਉਹਦੇ ਵਿੱਚੋਂ ਹੀ ਕੁਛ ਪੁੱਛ ਲਿਆ। ਉਸ ਤੋਂ ਬਾਅਦ ਜਿਹੜਾ ਟੀਚਰ ਕੁਐਸਚਨ ਸੈੱਟ ਕਰੇਗਾ ਬੱਚਿਆਂ ਦੇ ਪਰਸਨਲ ਐਕਸਪੀਰੀਅੰਸ ਦੇ ਹਿਸਾਬ ਨਾਲ। ਹੀ ਟੇਕਸ ਕੇਅਰ ਆਫ ਐਕਸਪੀਰੀਅੰਸ ਸੈਂਟਰਸ ਅਰਾਊਂਡ ਦਾ ਡਾਇਲੋਗ ਥੀਮ। ਮਤਲਬ ਜਿਹੜਾ ਉਹਦਾ ਬੱਚਿਆਂ ਦੇ ਐਕਸਪੀਰੀਅੰਸ ਵੀ ਅਸੀਂ ਪੁੱਛਦੇ ਹਾਂ ਤਾਂ ਵੀ ਉਹ ਜਿਹੜਾ ਉਹਦਾ ਥੀਮ ਹੋਏਗਾ ਉਹ ਡਾਇਲੋਗ ਦੇ ਥੀਮ ਦੇ ਅਰਾਊਂਡ ਹੀ ਹੋਏਗਾ, ਉਹਦੇ ਨਾਲ ਮਿਲਦਾ ਜੁਲਦਾ ਹੀ ਹੋਏਗਾ। ਮੈਂ ਇੱਥੇ ਇੱਕ ਐਗਜ਼ਾਮਪਲ ਦਊਂਗਾ ਤਾਂ ਕਿ ਤੁਹਾਨੂੰ ਇਹ ਚੀਜ਼ ਕਲੀਅਰ ਹੋ ਜੇ ਕਿ ਰਜੇ ਕੀ ਹੁੰਦਾ ਹੈ ਕਿ ਜਦੋਂ ਇੱਕ ਤੁਸੀਂ ਸਟੋਰੀ ਪੜ੍ਹੀ ਹੈ, ਮੰਨ ਲਓ ਫੋਰ ਐਗਜ਼ਾਮਪਲ ਅਸੀਂ ਸਟੋਰੀ ਪੜ੍ਹੀ ਹੈ ਜੀ ਗ੍ਰੀਡੀ ਡੋਗ ਦੀ। ਸੋ ਪਹਿਲਾਂ ਤਾਂ ਆਪਾਂ ਕੁਐਸਚਨ ਪੁੱਛਣੇ ਆ ਗ੍ਰੀਡੀ ਡੋਗ ਸਟੋਰੀ ਦੇ ਵਿੱਚੋਂ ਹੀ ਕਿ ਹੂ ਵਾਜ਼ ਹੰਗਰੀ ਇਨ ਦਾ ਸਟੋਰੀ, ਠੀਕ ਹੈ, ਵਟ ਦ ਡੋਗ ਵਾਜ਼ ਸਰਚਿੰਗ ਫੋਰ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਡਿਡ ਹੀ ਫਾਈਂਡ ਸਮਥਿੰਗ ਔਰ ਨੋਟ, ਹੈ ਨਾ। ਇਹ ਕੁਐਸਚਨ ਕਾਹਦੇ ਨਾਲ ਰਿਲੇਟਡ ਨੇ, ਸਟੋਰੀ ਨਾਲ ਰਿਲੇਟਡ ਨੇ ਕਿ ਉਹਨੂੰ ਕੀ ਕੁਝ ਮਿਲਿਆ ਖਾਣ ਦੇ ਲਈ। ਕਿਉਂਕਿ ਅਸੀਂ ਪੂਰੀ ਸਟੋਰੀ ਦੇ ਡਾਇਲੋਗ ਸੁਣੇ ਨੇ ਤਾਂ ਅਸੀਂ ਸਟੋਰੀ ਦੇ ਵਿੱਚੋਂ ਹੀ ਦੱਸਣੇ ਨੇ ਕਿ ਉਹ ਕੌਣ ਕਿਸ ਨੂੰ ਭੁੱਖ ਲੱਗੀ ਹੋਈ ਸੀ, ਉਹ ਕੀ ਲੱਭ ਰਿਹਾ ਸੀ, ਕਿ ਉਹਨੂੰ ਕੁਛ ਖਾਣ ਨੂੰ ਮਿਲਿਆ, ਠੀਕ ਹੈ। ਸੋ ਵਟ ਡਿਡ ਹੀ ਸੀ ਇਨ ਦ ਵਾਟਰ, ਉਹਨੇ ਪਾਣੀ ਦੇ ਵਿੱਚ ਕੀ ਦੇਖਿਆ। ਸੋ ਦੀਜ਼ ਕੁਐਸਚਨਸ ਆਰ ਰਿਲੇਟਡ ਟੂ ਦਾ ਸਟੋਰੀ ਦੈਟ ਵੀ ਹੈਵ ਜਸਟ ਡਿਸਕਸਡ। ਹੁਣ ਕੀ ਹੈ ਕਿ ਹੁਣ ਕੁਐਸਚਨ ਪੁੱਛੇ ਜਾਣਗੇ ਬੱਚਿਆਂ ਦੇ ਐਕਸਪੀਰੀਅੰਸ ਦੇ ਵਿੱਚੋਂ ਥੀਮ ਨਾਲ ਮਿਲਦੇ ਜੁਲਦੇ। ਜਿਵੇਂ ਅਸੀਂ ਕਹਿੰਦੇ ਹਾਂ ਕਿ ਅਸੀਂ ਪਹਿਲਾਂ ਇੱਕ ਹੋਰ ਕੁਐਸਚਨ ਪੁੱਛ ਸਕਦੇ ਹਾਂ ਸਟੋਰੀ ਦੇ ਨਾਲ ਰਿਲੇਟਡ। ਉਹ ਕੀ ਸੀ ਕਿ ਵਟ ਇਜ਼ ਦਾ ਥੀਮ ਆਫ ਦਾ ਸਟੋਰੀ ਜਾਂ ਵਟ ਇਜ਼ ਦਾ ਮੋਰਲ ਆਫ ਦਾ ਸਟੋਰੀ। ਅਤੇ ਹੁਣ ਅਸੀਂ ਬੱਚਿਆਂ ਨੂੰ ਕਹਾਂਗੇ ਕਿ ਤੁਸੀਂ ਕੋਈ ਇਹਦੇ ਨਾਲ ਮਿਲਦੀ ਜੁਲਦੀ ਹੋਰ ਕਹਾਣੀ ਸੁਣਾਓ। ਹੁਣ ਬੱਚਾ ਕੀ ਕਰੂਗਾ, ਆਪਣੇ ਐਕਸਪੀਰੀਅੰਸ ਦੇ ਵਿੱਚੋਂ ਲੱਭੇਗਾ। ਹੁਣ ਉਹ ਜਿਹੜੀ ਸਟੋਰੀ ਅਸੀਂ ਡਿਸਕਸ ਕੀਤੀ ਹੈ ਕਲਾਸ ਦੇ ਵਿੱਚ ਉਹਦੇ ਤੋਂ ਬਿਲਕੁਲ ਬਾਹਰ ਚਲਾ ਜਾਏਗਾ। ਹੁਣ ਉਹਨੇ ਖੁਦ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਕੁਛ ਲੱਭਣਾ ਹੈ ਜਿਹੜਾ ਉਸ ਸਟੋਰੀ ਦੇ ਨਾਲ ਮਿਲਦਾ। ਕੋਈ ਹੋਰ ਕਹਾਣੀ ਸੁਣਾਓ ਜਿਹਦੇ ਵਿੱਚ ਇਸੇ ਤਰ੍ਹਾਂ ਲਾਲਚ ਦੀ ਗੱਲ ਕੀਤੀ ਗਈ ਹੋਵੇ, ਤਾਂ ਬੱਚਾ ਫਿਰ ਟਰਾਈ ਕਰੇਗਾ ਕਿ ਉਹ ਕੁਛ ਹੋਰ ਇਹੋ ਜਿਹਾ ਦੱਸੇ। ਤਾਂ ਕਈ ਵਾਰ ਕੀ ਹੁੰਦਾ ਕਿਸੇ ਚੈਪਟਰ ਦੇ ਵਿੱਚ ਜਦੋਂ ਚੈਪਟਰ ਦੇ ਲਾਸਟ 'ਤੇ ਜਿਹੜੀ ਬੈਕ ਐਕਸਰਸਾਈਜ਼ ਦੇ ਵਿੱਚ ਕੁਐਸਚਨਸ ਪੁੱਟ ਕੀਤੇ ਗਏ ਹੁੰਦੇ ਆ, ਕੁਐਸਚਨ ਦੇ ਲਾਸਟ 'ਤੇ ਪੁੱਛਿਆ ਜਾਂਦਾ ਹੈ ਕਿ ਅਲੱਗ ਤੋਂ ਇੱਕ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਜੇਕਰ ਤੁਸੀਂ ਉਹਦੀ ਜਗ੍ਹਾ ਹੁੰਦੇ, ਉਸ ਕਰੈਕਟਰ ਦੀ ਜਗ੍ਹਾ ਹੁੰਦੇ ਤਾਂ ਤੁਸੀਂ ਕੀ ਕਰਦੇ। ਹੁਣ ਤੁਸੀਂ ਉਸ ਚੈਪਟਰ 'ਚੋਂ ਬਾਹਰ ਚਲੇ ਜਾਂਦੇ ਹੋ ਔਰ ਆਪਣੀ ਪਰਸਨਲ ਫੀਲਿੰਗਸ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦੇ ਹੋ ਕਿ ਸੋਚਦੇ ਹੋ ਕਿ ਜੇਕਰ ਮੈਂ ਉਸ ਕਰੈਕਟਰ ਦੀ ਜਗ੍ਹਾ ਹੁੰਦਾ ਤਾਂ ਮੈਂ ਕੀ ਕਰਦਾ, ਠੀਕ ਹੈ। ਸੋ ਇਸੇ ਤਰ੍ਹਾਂ ਇੱਥੇ ਹੈ ਕਿ ਜਿਹੜੀ ਹੈ ਸੈਟਿੰਗ ਆਫ ਕੁਐਸਚਨਸ ਅਕੋਰਡਿੰਗ ਟੂ ਸਟੂਡੈਂਟਸ ਪਰਸਨਲ ਐਕਸਪੀਰੀਅੰਸ, ਉਹਨਾਂ ਦੇ ਨਿੱਜੀ ਐਕਸਪੀਰੀਅੰਸ ਦੇ ਅਕੋਰਡਿੰਗ ਜਿਹੜੇ ਕੁਐਸਚਨਸ ਜਿਹੜੇ ਪੁੱਛਣੇ। ਨੈਕਸਟ ਹੈ ਕਿ ਐਗਜ਼ਾਮਪਲ ਐਂਡ ਰੀਅਲ ਓਬਜੈਕਟ ਐਟਸੈਟਰਾ। ਜਿਹੜਾ ਹੈਗਾ ਰਾਜੇ ਗਿਵਸ ਹਾਂਜੀ ਐਗਜ਼ਾਮਪਲ ਐਂਡ ਰੀਅਲ ਓਬਜੈਕਟ ਐਟਸੈਟਰਾ। ਬੱਚਿਆਂ ਨੂੰ ਉਦਾਹਰਨਾਂ ਦੇਣੀਆਂ ਤਾਂ ਕਿ ਉਹਨੂੰ ਜ਼ਿਆਦਾ ਗਿਆਨ ਹੋ ਜਾਵੇ ਉਹਨਾਂ ਚੀਜ਼ਾਂ ਦਾ, ਅਤੇ ਨਾਲ ਰੀਅਲ ਓਬਜੈਕਟਸ ਬਾਰੇ ਉਸ ਚੀਜ਼ ਦੇ ਬਾਰੇ ਦੱਸਣਾ ਤਾਂ ਕਿ ਅਸੀਂ ਉਹਨੂੰ ਬਿਲਕੁਲ ਹੀ ਪਤਾ ਲੱਗ ਜਾਵੇ ਕਿ ਬੱਚਿਆਂ ਨੂੰ ਉਸ ਚੀਜ਼ ਦੇ ਬਾਰੇ ਉਹਨਾਂ ਦਾ ਕਲੀਅਰ। ਦੇਖੋ ਅਸੀਂ ਕਿਸੇ ਚੀਜ਼ ਦੇ ਬਾਰੇ ਬੱਚੇ ਨੂੰ ਦੱਸਿਆ, ਉਹਨੂੰ ਜ਼ਿਆਦਾ ਕਲੀਅਰ ਨਹੀਂ ਹੋਇਆ ਤਾਂ ਜਦੋਂ ਅਸੀਂ ਐਗਜ਼ਾਮਪਲ ਦੇ ਦਿੰਦੇ ਹਾਂ ਤਾਂ ਉਹਨੂੰ ਜ਼ਿਆਦਾ ਕਲੀਅਰ ਹੋ ਜਾਂਦਾ। ਜਿਵੇਂ ਮੈਂ ਹੁਣ ਤੁਹਾਨੂੰ ਦੱਸਿਆ ਸੀ ਕਿ ਉਹ ਇਹੋ ਜਿਹੇ ਕੁਐਸਚਨ ਪੁੱਛੇਗਾ ਜਿਹੜੇ ਬੱਚਿਆਂ ਦੇ ਐਕਸਪੀਰੀਅੰਸ ਦੇ ਵਿੱਚੋਂ ਹੋਣਗੇ। ਸ਼ਾਇਦ ਤੁਹਾਨੂੰ ਇਹ ਚੀਜ਼ ਕਲੀਅਰ ਨਾ ਹੋਈ ਹੋਵੇ ਮੇਰੀ ਇਹ ਗੱਲ ਸੁਣ ਕੇ, ਅਤੇ ਜਦੋਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਕਿ ਸਟੋਰੀ ਦੇ ਵਿੱਚੋਂ ਕੁਐਸਚਨ ਪੁੱਛੇ ਜਾ ਸਕਦੇ ਨੇ, ਦੈਨ ਫਿਰ ਉਹਦੇ ਨਾਲ ਮਿਲਦੇ ਜੁਲਦੇ ਕੁਐਸਚਨ ਹੋਰ ਪੁੱਛੇ ਜਾ ਸਕਦੇ ਨੇ, ਤਾਂ ਇੱਥੋਂ ਤੁਹਾਨੂੰ ਬਹੁਤ ਜ਼ਿਆਦਾ ਕਲੀਅਰ ਹੋ ਗਿਆ ਹੋਏਗਾ
कि ਜਿਹੜਾ ਇਹ ਕਿਸ ਚੀਜ਼ ਦੀ ਗੱਲ ਹੋ ਰਹੀ ਹੈ। ਇਸ ਤੋਂ ਇਲਾਵਾ ਰਾਜੇ ਕਿ ਰੀਅਲ ਓਬਜੈਕਟਸ ਜੇਕਰ ਦਿਖਾ ਦਿੱਤੇ ਜਾਣ ਬੱਚਿਆਂ ਨੂੰ ਤਾਂ ਬੱਚਿਆਂ ਦਾ ਜਿਹੜਾ ਗਿਆਨ ਹੈ ਉਹਦੇ 'ਚ ਅਥਾਹ ਵਾਧਾ ਹੋ ਜਾਏਗਾ, ਮਤਲਬ ਅਨਬਲੀਵੇਬਲ ਜਿਹੜਾ ਇਨਕਰੀਜ਼ ਹੋ ਜਾਏਗਾ ਉਹਨਾਂ ਦੀ ਨੌਲੇਜ ਦੇ ਵਿੱਚ, ਕਿਉਂਕਿ ਮਨੋਵਿਗਿਆਨ ਕਹਿੰਦਾ ਹੈ ਕਿ ਅਸੀਂ ਦੇਖ ਕੇ ਜ਼ਿਆਦਾ ਸਿੱਖਦੇ ਹਾਂ ਸੁਣ ਕੇ ਸਿੱਖਣ ਦੇ ਨਾਲੋਂ, ਕਈ ਗੁਣੇ ਜ਼ਿਆਦਾ ਸਿੱਖਦੇ ਹਾਂ। ਤੁਸੀਂ ਕੋਈ ਚੀਜ਼ ਦੇਖ ਲਈ, ਪ੍ਰਤੱਖ ਦੇਖ ਲਈ, ਤੁਸੀਂ ਉਹਨੂੰ ਬਿਲਕੁਲ ਸਮਝ ਜਾਓਗੇ। ਮੈਂ ਅੱਧੇ ਘੰਟੇ ਤੋਂ ਕੋਈ ਲੈਕਚਰ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਚੀਜ਼ ਬਾਰੇ, ਪਰ ਤੁਹਾਨੂੰ ਸਮਝ ਨਹੀਂ ਪੈ ਰਹੀ ਸੀ, ਪੱਲੇ ਨਹੀਂ ਪੈ ਰਿਹਾ ਸੀ। ਤਾਂ ਰੀਅਲ ਓਬਜੈਕਟ ਦੇ ਵਿੱਚ ਇੰਨੀ ਪਾਵਰ ਹੈ ਕਿ ਜੇਕਰ ਤੁਸੀਂ ਉਸ ਚੀਜ਼ ਨੂੰ ਰੀਅਲ ਫੋਰਮ ਦੇ ਵਿੱਚ ਦੇਖ ਲਓ ਤਾਂ ਤੁਹਾਨੂੰ 1 ਮਿੰਟ ਦੇ ਵਿੱਚ ਉਹ ਚੀਜ਼ ਦੇ ਬਾਰੇ ਪ੍ਰੋਪਰ ਸਮਝ ਆ ਜਾਏਗੀ, ਜਿਹੜੀ ਮੈਂ ਅੱਧੇ ਘੰਟੇ ਤੋਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੋ ਇਹ ਪਾਵਰ ਹੈ ਜੀ ਕਿ ਰੀਅਲ ਓਬਜੈਕਟਸ ਦੀ। ਦੈਨ ਹੈਲਪ ਸਟੂਡੈਂਟ ਟੂ ਡਿਸਕਵਰ ਦਾ ਰੂਲ, ਬੱਚਿਆਂ ਨੂੰ ਜਿਹੜੇ ਰੂਲ ਡਿਸਕਵਰ ਦੇ ਵਿੱਚ ਹੈਲਪ ਕਰਨੀ। ਰੂਲ ਦਾ ਮਤਲਬ ਇਹ ਹੈ ਕਿ ਰਾਜੇ ਇੱਥੇ ਬਹੁਤ ਜ਼ਿਆਦਾ ਅਸੀਂ ਹਾਰਡ ਐਂਡ ਫਾਸਟ ਰੂਲਸ ਦੀ ਗੱਲ ਨਹੀਂ ਕਰਨੀ, ਕਿਉਂਕਿ ਅਸੀਂ ਇੱਥੇ ਇਹਦੇ ਜਿਹੜੇ ਪ੍ਰੈਕਟੀਕਲ ਐਸਪੈਕਟ 'ਤੇ ਜ਼ਿਆਦਾ ਕੰਮ ਕਰਦੇ ਹਾਂ। ਸੋ ਹੈਲਪ ਦਾ ਲਰਨਰ ਟੂ ਡਿਸਕਵਰ ਦਾ ਰੂਲਸ ਅੰਡਰਲਾਈਂਗ ਦਾ ਫੰਕਸ਼ਨਲ ਐਕਸਪ੍ਰੈਸ਼ਨ ਔਰ ਸਟਰਕਚਰ, ਜਿਹਦੇ 'ਚ ਸਿਰਫ ਬੇਸਿਕਲੀ ਫੰਕਸ਼ਨਲ ਐਕਸਪ੍ਰੈਸ਼ਨ ਜਾਂ ਫਿਰ ਸਟਰਕਚਰ ਦੀ ਗੱਲ ਕੀਤੀ ਗਈ ਹੋਵੇ। ਸੋ ਇਟਸ ਫੋਰਮ ਇਨ ਸਪੀਚ ਐਂਡ ਰਾਈਟਿੰਗ, ਸੋ ਜਿਹੜੀ ਇਹਦੀ ਮੇਨ ਫੋਰਮ ਹੋਏਗੀ ਉਹ ਸਪੀਚ ਜਾਂ ਫਿਰ ਰਾਈਟਿੰਗ ਹੀ ਹੋਏਗੀ। ਸੋ ਮੇਕਸ ਦਾ ਪਿਊਪਲ ਰਿਕੋਗਨਾਈਜ਼ ਦਾ ਇੰਟਰਪ੍ਰੇਟ ਦਾ ਆਰਡੈਂਸ ਇਨ in other word he gives activity that would encourage and recognize the function and interpret it. Next ਹੈ ਕਿ ਬੱਚਿਆਂ ਨੂੰ ਹੈਲਪ ਸਟੂਡੈਂਟਸ ਟੂ ਰਿਕੋਗਨਾਈਜ਼ ਐਂਡ ਇੰਟਰਪ੍ਰੇਟ ਕਰਨ ਦੇ ਲਈ ਹੈਲਪ ਕਰਨੀ, ਜੋ ਮੈਂ ਆਲਰੇਡੀ ਤੁਹਾਨੂੰ ਦੱਸਤਾ ਹੈ ਕਿ ਮੇਕ ਦਾ ਪਿਊਪਲ ਰਿਕੋਗਨਾਈਜ਼ ਐਂਡ ਇੰਟਰਪ੍ਰੇਟ ਦਾ ਆਰਡੈਂਸ, ਜਿੰਨੇ ਵੀ ਆਰਡੈਂਸ ਨੇ ਵਾਕ ਨੇ ਬੱਚਿਆਂ ਦੀ ਹੈਲਪ ਕਰਨੀ ਕਿ ਉਹਨੂੰ ਸਮਝ ਸਕਣ, ਰਿਕੋਗਨਾਈਜ਼ ਕਰ ਸਕਣ, ਉਹਨਾਂ ਬਾਰੇ ਉਹਨਾਂ ਨੂੰ ਸਮਝ ਲੱਗ ਜੇ ਅਤੇ ਉਹਨੂੰ ਇੰਟਰਪ੍ਰੇਟ ਕਰ ਸਕਣ, ਮਤਲਬ ਉਹਦੀ ਵਿਆਖਿਆ ਕਰ ਸਕਣ, ਉਹਨੂੰ ਐਕਸਪਲੇਨ ਕਰ ਸਕਣ। ਠੀਕ ਹੈ। ਨੈਕਸਟ ਹੈ ਦ ਟੀਚਰ ਹੈਲਪ ਸਟੂਡੈਂਟਸ ਟੂ ਰਿਕੋਗਨਾਈਜ਼ ਤੋਂ ਬਾਅਦ ਸਮ ਮੋਰ ਓਰਲ ਐਕਟੀਵਿਟੀ। ਦ ਟੀਚਰ ਗਿਵ ਅ ਫਿਊ ਮੋਰ ਓਰਲ ਪ੍ਰੋਡਕਸ਼ਨ ਐਕਟੀਵਿਟੀ। ਠੀਕ ਹੈ। ਦਸ ਹੀ proceeds from guided to free communicative activity। ਸੋ ਕੁਛ ਹੋਰ ਐਕਟੀਵਿਟੀ ਕਰਾਈਆਂ ਜਾ ਸਕਦੀਆਂ ਨੇ। ਗਾਈਡਡ ਟੂ ਫਰੀ ਦਾ ਮਤਲਬ ਹੈ ਗਾਈਡਡ ਐਕਟੀਵਿਟੀ ਕਿਹੜੀ ਹੁੰਦੀ ਹੈ ਕਿ ਜਦੋਂ ਸਟੂਡੈਂਟਸ ਆ ਬਾਊਂਡ ਟੂ ਡੂ ਐਨੀਥਿੰਗ ਐਜ਼ ਪਰ ਦਾ ਗਾਈਡਲਾਈਨਸ ਆਫ ਦੇਅਰ ਟੀਚਰ। ਟੀਚਰ ਨੇ ਜੋ ਗਾਈਡਲਾਈਨ ਦਿੱਤੀਆਂ ਉਹਦੀ ਗਾਈਡੈਂਸ ਦੇ ਅਕੋਰਡਿੰਗ ਹੀ ਉਹ ਕੰਮ ਕਰਦੇ ਆ, ਆਪਣੇ ਕੋਲੋਂ ਉਹ ਕੁਛ ਵੀ ਉਹਦੇ 'ਚ ਐਡ ਜਾਂ ਫਿਰ ਰਿਮੂਵ ਨਹੀਂ ਕਰ ਸਕਦੇ। ਅਤੇ ਫਰੀ ਜਿਹੜੀ ਐਕਟੀਵਿਟੀ ਹੁੰਦੀ ਹੈ ਰਜੇ ਉਹਦੇ 'ਚ ਉਹ ਬਾਊਂਡ ਨਹੀਂ ਹੁੰਦੇ, ਦੇ ਆਰ ਬਾਊਂਡਲੈਸ, ਕਿ ਉਹਨਾਂ ਨੂੰ ਟੀਚਰ ਦੀਆਂ ਇੰਸਟਰਕਸ਼ਨ ਦੇ ਬਿਨਾਂ ਦੇ ਆਰ ਫਰੀ ਟੂ ਡੂ ਐਨੀਥਿੰਗ। ਤੋ ਐਕਟੀਵਿਟੀ ਨੂੰ ਆਪਣੇ ਹਿਸਾਬ ਨਾਲ ਕਰਦੇ ਆ ਬਿਕੋਜ਼ ਦੇ ਆਰ ਫਰੀ। ਸੋ ਜਿਹੜੀ ਹੈ ਗਾਈਡਡ ਟੂ ਫਰੀ, ਪਹਿਲਾਂ ਗਾਈਡਡ ਫਿਰ ਫਰੀ। ਠੀਕ ਹੈ। ਜਿਵੇਂ ਅਸੀਂ ਕਹਿੰਦੇ ਹਾਂ ਨੋਨ ਟੂ ਅਨਨੋਨ, ਗਾਈਡਡ ਟੂ ਫਰੀ ਦਾ ਮਤਲਬ ਹੈ ਕਿ ਪਹਿਲਾਂ ਗਾਈਡਡ ਦੈਨ ਫਰੀ, ਫਿਰ ਤੁਸੀਂ ਆਪਣੇ ਹਿਸਾਬ ਨਾਲ ਉਹ ਚੀਜ਼ ਨੂੰ ਕਰੋ। ਨੈਕਸਟ ਹੈ ਕਿ ਇਨੇਬਲ ਦਾ ਸਟੂਡੈਂਟਸ ਕਾਪੀ ਦਾ ਡਾਇਲੋਗਸ, ਬੱਚਿਆਂ ਨੂੰ ਇਨੇਬਲ ਕਰਨਾ ਕਿ ਉਹ ਡਾਇਲੋਗਸ ਨੂੰ ਕਾਪੀ ਕਰ ਸਕਣ। ਮੇਕ ਦਾ ਪਿਊਪਲ ਕਾਪੀ ਦਾ ਡਾਇਲੋਗ ਇਫ ਦੇ ਆਰ ਨਾਟ ਇਨ ਦਾ ਟੈਕਸਟ, ਜੇਕਰ ਉਹ ਟੈਕਸਟ ਦੇ ਵਿੱਚ ਨਹੀਂ ਹੈ ਤਾਂ ਬੱਚਿਆਂ ਨੂੰ ਉਹਦੀ ਕਾਪੀ ਕਰਨੀ ਸਿਖਾਉਣੀ ਕਿ ਇਮੀਟੇਸ਼ਨ ਦੇ ਨਾਲ ਉਹ ਉਸ ਡਾਇਲੋਗਸ ਨੂੰ ਸਿੱਖਣ, ਜੇਕਰ ਦੇ ਆਰ ਨਾਟ ਇਨ ਦਾ ਫੋਰਮ ਆਫ ਟੈਕਸਟ। ਨੈਕਸਟ ਹੈ ਕਿ ਹੋਮਵਰਕ, ਸੈਕਿੰਡ ਲਾਸਟ ਸਟੈਪ ਹੈ ਕਿ ਹੋਮਵਰਕ। ਸੋ ਪ੍ਰੋਵਾਈਡਡ ਸੈਂਪਲ ਆਫ ਰਿਟਨ ਹੋਮਵਰਕ, ਬੱਚਿਆਂ ਨੂੰ ਇੱਕ ਰਿਟਨ ਹੋਮਵਰਕ ਦਿੱਤਾ ਜਾ ਸਕਦਾ ਹੈ ਕਿ ਤੁਸੀਂ ਜਾਂ ਫਿਰ ਕੁਝ ਸੈਂਟੈਂਸਿਸ ਦਿੱਤੇ ਜਾ ਸਕਦੇ ਨੇ ਕਿ ਤੁਸੀਂ ਇਹਨਾਂ ਨੂੰ ਬੋਲਣਾ ਸਿੱਖਣਾ ਹੈ ਅਤੇ ਕੱਲ੍ਹ ਆ ਕੇ ਕਲਾਸ ਦੇ ਵਿੱਚ ਤੁਸੀਂ ਬੋਲਣਾ ਹੈ, ਜਾਂ ਕੋਈ ਸਪੀਚ ਦਾ ਟੋਪਿਕ ਦਿੱਤਾ ਜਾ ਸਕਦਾ ਹੈ ਕਿ ਕੱਲ੍ਹ ਤੁਸੀਂ ਇਸ ਟੋਪਿਕ 'ਤੇ ਆ ਕੇ ਇੱਕ ਸ਼ਾਰਟ ਸਪੀਚ ਡਿਲੀਵਰ ਕਰਨੀ ਹੈ। ਅਤੇ ਲਾਸਟ ਹੈ ਜੀ ਇਵੈਲੂਏਸ਼ਨ ਦਾ ਮਤਲਬ ਹੁੰਦਾ ਹੈ ਮੁਲਾਂਕਣ। ਲਾਸਟ 'ਤੇ ਅਸੀਂ ਮੁਲਾਂਕਣ ਹੀ ਕਰਦੇ ਹਾਂ। ਸੋ ਇਵੈਲੂਏਟਸ ਦਾ ਫੰਕਸ਼ਨ ਲਰਨਡ ਓਰਲੀ
ਫਿਰ ਜਿਹੜਾ ਬੱਚੇ ਨੇ ਓਰਲੀ ਜਿਹੜਾ ਵੀ ਉਹ ਚੀਜ਼ਾਂ ਸਿੱਖੀਆਂ ਨੇ ਅਤੇ ਲਾਸਟ 'ਤੇ ਉਹਨੂੰ ਇਵੈਲੂਏਟ ਕਰਨਾ। ਇਸ ਲਈ ਕੁਝ ਸਟੈਪਸ ਜਾਂ ਫਿਰ ਪ੍ਰੋਸੀਜਰ ਆਫ CLT। ਅਤੇ ਲਾਸਟ 'ਤੇ ਜੀ ਗੱਲ ਕਰ ਲੈਂਦੇ ਹਾਂ ਮੈਰਿਟਸ ਇਹਦੀਆਂ ਕੀ ਨੇ ਅਤੇ ਡੀਮੈਰਿਟਸ ਕੀ ਨੇ। ਮੈਰਿਟਸ ਡੀਮੈਰਿਟਸ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦੇ ਫਾਇਦੇ ਜਾਂ ਫਿਰ ਨੁਕਸਾਨ। ਸੋ ਜੇ ਸਾਨੂੰ ਵੀ ਪਤਾ ਹੈ ਕਿ ਹਰ ਚੀਜ਼ ਦੇ ਜੇਕਰ ਕੁਝ ਫਾਇਦੇ ਨੇ ਅਤੇ ਨੁਕਸਾਨ ਵੀ ਨੇ, ਅਤੇ ਜੇਕਰ ਨੁਕਸਾਨ ਨੇ ਤਾਂ ਫਾਇਦੇ ਵੀ ਨੇ। ਸੋ ਸਭ ਤੋਂ ਪਹਿਲਾਂ ਇਹਦੇ ਫਾਇਦਿਆਂ ਦੀ ਗੱਲ ਕਰਦੇ ਹਾਂ। ਪਹਿਲਾ ਹੈ ਜੀ ਅਪਰਚੂਨਿਟੀ ਟੂ ਕਮਿਊਨੀਕੇਟ ਇਨ ਦਾ ਟਾਰਗੇਟ ਲੈਂਗੁਏਜ। ਟਾਰਗੇਟ ਲੈਂਗੁਏਜ ਦੇ ਵਿੱਚ ਸਾਨੂੰ ਬੋਲਣ ਦੀ ਇੱਕ ਅਪਰਚੂਨਿਟੀ ਮੌਕਾ ਮਿਲਦਾ ਹੈ। ਇੱਕ ਕਹਾਵਤ ਹੈ ਜੀ ਇੰਗਲਿਸ਼ ਦੇ ਵਿੱਚ ਕਿ ਅਪਰਚੂਨਿਟੀ ਡਜ਼ਨਟ ਨੋਕ ਟਵਾਈਸ। ਜਿਹੜੀ ਅਪਰਚੂਨਿਟੀ ਹੈ ਉਹ ਵਾਰ ਮੌਕਾ ਨਹੀਂ ਦਿੰਦੀ। ਸੋ ਸਾਨੂੰ ਇੱਕ ਮੌਕਾ ਮਿਲਦਾ ਹੈ ਕਿ ਅਸੀਂ ਟਾਰਗੇਟ ਲੈਂਗੁਏਜ ਦੇ ਵਿੱਚ ਗੱਲ ਕਰ ਸਕੀਏ, ਕਮਿਊਨੀਕੇਟ ਕਰ ਸਕੀਏ। ਟਾਰਗੇਟ ਲੈਂਗੁਏਜ ਕਿਹੜੀ ਲੈਂਗੁਏਜ ਨੂੰ ਕਹਿੰਦੇ ਆ ਕਿ ਜੋ ਸਾਡਾ ਟਾਰਗੇਟ ਹੈ ਕਿ ਆਈ ਐਮ ਗੋਇੰਗ ਟੂ ਲਰਨ ਦਿਸ ਲੈਂਗੁਏਜ ਐਂਡ ਹੇਅਰ ਅ ਟਾਰਗੇਟ ਲੈਂਗੁਏਜ ਇਜ਼ ਇੰਗਲਿਸ਼। ਸੋ ਮੇਕ ਸਟੂਡੈਂਟਸ ਫਲੂਐਂਟ ਸਪੀਕਰ। ਬੱਚਿਆਂ ਨੂੰ ਫਲੂਐਂਟ ਸਪੀਕਰ ਬਣਾਉਣਾ ਇਹ ਵੀ ਇਹਦਾ ਇੱਕ ਫਾਇਦਾ ਹੈ। ਜੇਕਰ ਪਹਿਲਾ ਫਾਇਦਾ ਸੀ ਕਿ ਬੱਚਿਆਂ ਨੂੰ ਟਾਰਗੇਟ ਲੈਂਗੁਏਜ ਦੇ ਵਿੱਚ ਗੱਲ ਕਰਨ ਦਾ ਦੇ ਲਈ ਇੱਕ ਅਪਰਚੂਨਿਟੀ ਪ੍ਰੋਵਾਈਡ ਕਰਦੀ ਹੈ, ਇੱਕ ਮੌਕਾ ਪ੍ਰੋਵਾਈਡ ਕਰਦੀ। ਦੂਜਾ ਹੈ ਜੀ ਕਿ ਬੱਚੇ ਫਲੂਐਂਟ ਸਪੀਕਰ ਬਣਦੇ ਆ। ਜੇਕਰ ਤੁਸੀਂ ਇਵੇਂ ਕਮਿਊਨੀਕੇਟਿਵ ਲੈਂਗੁਏਜ ਸਿੱਖਦੇ ਰਹਿੰਦੇ ਹੋ ਅਤੇ ਇੱਕ ਦਿਨ ਹੌਲੀ ਫਿਰ ਤੁਸੀਂ ਇੰਨੇ ਵਧੀਆ ਬਣ ਜਾਂਦੇ ਹੋ, ਇੰਨੇ ਫਲੂਐਂਟ ਬਣ ਜਾਂਦੇ ਹੋ ਤਾਂ ਕਿ ਤੁਸੀਂ ਬਹੁਤ ਵਧੀਆ ਸਪੀਕਰ ਬਣ ਜਾਂਦੇ ਹੋ। ਨੈਕਸਟ ਹੈ ਲਾਈਵਲੀ ਅਪਰੋਚ। ਜਿਹੜੀ ਲਾਈਵਲੀ ਅਪਰੋਚ ਹੈ ਰਾਜੇ ਉਹਦਾ ਮਤਲਬ ਹੈ ਕਿ ਇਨ ਦਿਸ ਅਪਰੋਚ ਟੀਚਿੰਗ ਇਜ਼ ਕਪਲਡ ਵਿਦ ਪਲੈਜ਼ਰ। ਜਿਹੜੀ ਟੀਚਿੰਗ ਹੈ ਉਹ ਪਲੈਜ਼ਰ ਦੇ ਨਾਲ ਜਿਹੜੀ ਉਹਦਾ ਕੋਲੈਬੋਰੇਸ਼ਨ ਹੋ ਜਾਂਦਾ ਹੈ। ਸੋ ਦ ਲੈਸਨ ਆਰ ਨੈਵਰ ਡਲ ਐਟ ਦੇ ਆਰ ਬੇਸਡ ਔਨ ਸਮ ਟਾਸਕ ਔਰ ਐਕਟੀਵਿਟੀ। ਮਤਲਬ ਕੀ ਹੈ ਰਾਜੇ ਲਾਈਵਲੀ ਅਪਰੋਚ ਦਾ ਮਤਲਬ ਕਿ ਜਦੋਂ ਤੁਹਾਨੂੰ ਉਹ ਕੰਮ ਨੀਰਸ ਤਰੀਕਿਆਂ ਨਾਲ ਨਾ ਕਰਾ ਕੇ ਇੱਕ ਵਧੀਆ ਪਲੇਵੇ ਵੇ ਦੇ ਵਿੱਚ ਕਰਾਇਆ ਜਾਵੇ ਤਾਂ ਕਿ ਤੁਸੀਂ ਉਹਨੂੰ ਬੋਰਿੰਗ ਨਾ ਸਮਝੋ, ਤੁਸੀਂ ਉਹਨੂੰ ਇੰਜੋਏ ਕਰਕੇ ਕੰਮ ਨੂੰ ਕਰੋ। ਨੈਕਸਟ ਹੈ ਇਮੈਜੀਨੇਸ਼ਨ ਐਂਡ ਕ੍ਰੀਏਟਿਵ ਟੇਲੈਂਟ ਕਮ ਆਊਟ। ਜਿਹੜੀ ਤੁਹਾਡੀ ਇਮੈਜੀਨੇਸ਼ਨ ਹੈ ਅਤੇ ਤੁਹਾਡਾ ਜਿਹੜਾ ਕ੍ਰੀਏਟਿਵ ਟੇਲੈਂਟ ਹੈ ਉਹ ਬਾਹਰ ਆਉਂਦਾ ਹੈ ਜੀ ਨਿਕਲ ਕੇ। ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਸੀ ਕਿ ਇੱਕ ਟੋਪਿਕ ਦੇ ਦਿੱਤਾ ਜਾਂਦਾ ਹੈ ਅਤੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਹਦੇ 'ਤੇ ਇੱਕ ਸਪੀਚ ਦਿਓ, ਸ਼ਾਰਟ ਸਪੀਚ। ਅਤੇ ਤੁਹਾਡੀਆਂ ਜਿਹੜੀਆਂ ਇਮੈਜੀਨੇਸ਼ਨ ਪਾਵਰ ਹੈ, ਜਿਹੜਾ ਤੁਸੀਂ ਸੋਚਦੇ ਸੀ, ਮਨ ਦੇ ਵਿੱਚ ਸੋਚਦੇ ਸੀ, ਹੁਣ ਉਹ ਤੁਸੀਂ ਸੋਚਿਆ ਅਤੇ ਉਹਨੂੰ ਸਾਰਿਆਂ ਨੂੰ ਬੋਲ ਕੇ ਵੀ ਸੁਣਾਇਆ। ਜਾਂ ਫਿਰ ਤੁਹਾਨੂੰ ਕਿਹਾ ਗਿਆ ਹੈ ਕਿ ਸਟੋਰੀ ਦੇ ਨਾਲ ਮਿਲਦਾ ਜੁਲਦਾ, ਥੀਮ ਨਾਲ ਮਿਲਦੀ ਜੁਲਦੀ ਕੋਈ ਹੋਰ ਸਟੋਰੀ ਸੁਣਾਓ। ਅਤੇ ਉਹਦੇ 'ਚ ਵੀ ਕੀ ਹੈ ਤੁਹਾਡੀ ਜਿਹੜੀ ਕਲਪਨਾ ਹੈ, ਤੁਹਾਡੀ ਜਿਹੜੀ ਇਮੈਜੀਨੇਸ਼ਨ ਹੈ, ਤੁਸੀਂ ਉਹਦੇ ਅਕੋਰਡਿੰਗ ਫਿਰ ਬੋਲੋਗੇ ਅਤੇ ਜਿਹੜੀ ਤੁਹਾਡੀ ਫਿਰ ਇਮੈਜੀਨੇਸ਼ਨ ਪਾਵਰ ਹੈ ਬਾਹਰ ਆਏਗੀ ਸਾਰਿਆਂ ਦੇ ਸਾਹਮਣੇ, ਜਿਹੜੀ ਕਿਸੇ ਨੂੰ ਪਤਾ ਹੀ ਨਹੀਂ ਸੀ ਉਸ ਟੇਲੈਂਟ ਬਾਰੇ ਤੁਹਾਡੇ। ਅਤੇ ਨੈਕਸਟ ਹੈ ਕਿ ਤੁਹਾਡਾ ਜਿਹੜਾ ਕ੍ਰੀਏਟਿਵ ਟੇਲੈਂਟ ਹੈ ਉਹ ਵੀ ਕ੍ਰੀਏਟੀਵਿਟੀ ਹੈ ਇੱਕ, ਕਿਉਂਕਿ ਲੈਂਗੁਏਜ ਵੀ ਇੱਕ ਆਰਟ ਹੈ। ਖਾਸ ਕਰਕੇ ਬੋਲਣਾ ਤਾਂ ਇੱਕ ਬਹੁਤ ਵਧੀਆ ਆਰਟ ਹੈ ਜੀ। ਸੋ ਜਿਹੜੀ ਇਹਦੇ ਸਪੀਕਿੰਗ ਆਸਪੈਕਟ ਹੈ, ਸਪੀਕਿੰਗ ਸਕਿੱਲ ਹੈ, ਇਹਨੂੰ ਇੱਕ ਆਰਟ ਕਿਹਾ ਜਾਂਦਾ ਹੈ ਕਿਉਂਕਿ ਬੋਲਣਾ ਇੱਕ ਕਲਾ ਹੈ। ਲਿਖਣ ਦੇ ਵਿੱਚ ਕੀ ਹੈ ਕਿ ਤੁਸੀਂ ਚੁੱਪ ਚਾਪ ਲਿਖ ਰਹੇ ਹੋ, ਜਦੋਂ ਤੁਸੀਂ ਬੋਲਦੇ ਹੋ ਤਾਂ ਹਰ ਕਿਸੇ ਨੂੰ ਸੁਣਨ ਨੂੰ ਮਿਲਦਾ ਹੈ। ਔਰ ਹਰ ਕੋਈ ਸਾਨੂੰ ਜਿਹੜਾ ਦੇਖ ਕੇ ਅੰਦਾਜ਼ਾ ਲਾ ਸਕਦਾ ਹੈ ਕਿ ਇਹਦੀ ਜਿਹੜੀ ਕਮਿਊਨੀਕੇਸ਼ਨ ਹੈ ਉਹ ਕਿੰਨੀ ਕੁ ਅੱਛੀ ਹੈ, ਕਿੰਨਾ ਕੁ ਵਧੀਆ ਕੋਈ ਪਰਸਨ ਜਿਹੜਾ ਉਹ ਬੋਲ ਰਿਹਾ ਹੈ। ਸੋ ਤੁਹਾਡਾ ਜਿਹੜਾ ਕ੍ਰੀਏਟਿਵ ਟੇਲੈਂਟ ਹੈ ਉਹ ਬਾਹਰ ਆਉਂਦਾ ਹੈ। ਨੈਕਸਟ ਹੈ ਚਾਈਲਡ ਸੈਂਟਰਡ ਅਪਰੋਚ। ਚਾਈਲਡ ਸੈਂਟਰਡ ਅਪਰੋਚ ਹੈ ਜੀ। ਚਾਈਲਡ ਸੈਂਟਰਡ ਅਪਰੋਚ ਦਾ ਮਤਲਬ ਹੈ ਕਿ ਬਾਲ ਕੇਂਦਰਿਤ ਹੈ, ਬੱਚੇ 'ਤੇ ਕੇਂਦਰਿਤ ਹੈ ਫੁੱਲੀ, ਕਿ ਬੱਚੇ ਨੂੰ ਇੱਕ ਮੌਕਾ ਦੇ ਦਿੱਤਾ ਜਾਂਦਾ ਹੈ ਕਿ ਤੂੰ ਬੋਲ, ਪ੍ਰੈਕਟਿਸ ਕਰ, ਜਿੰਨਾ ਬੋਲ ਸਕਦਾ ਹੈ, ਐਕਟੀਵਿਟੀ ਕਰਕੇ ਬੋਲ, ਐਕਟੀਵਿਟੀ ਕਰਕੇ ਲਿਖ। ਅਤੇ ਟੀਚਰ ਸੈਂਟਰਡ ਕੀ ਹੁੰਦੀ ਹੈ ਕਿ ਟੀਚਰ ਡੰਡੇ ਦੇ ਨਾਲ ਖੜ੍ਹਾ ਤੁਹਾਨੂੰ ਰੂਲਸ ਕਰਾ ਰਿਹਾ ਜੀ, ਬਸ ਆਹ ਰੂਲ ਸਿੱਖੋ ਜੀ, ਇਹਦੇ ਹਿਸਾਬ ਨਾਲ ਫਿਰ ਸੈਂਟੈਂਸ ਤੁਸੀਂ ਬਣਾਉਣੇ ਆ। ਕਿਉਂਕਿ ਜਿਹੜੀ ਕਮਿਊਨੀਕੇਟਿਵ ਟੀਚਿੰਗ ਹੈ ਇਹਦੇ 'ਚ ਰੂਲਸ ਨਹੀਂ ਹੁੰਦੇ, ਗ੍ਰਾਮਰ ਦਾ ਜਿਹੜਾ ਕੰਪਲੈਕਸ ਸਟਰਕਚਰ ਨਹੀਂ ਹੁੰਦਾ, ਸਿੰਪਲੀ ਬਸ ਤੁਹਾਡਾ ਜਿਹੜਾ ਪ੍ਰੈਕਟੀਕਲ ਆਸਪੈਕਟ 'ਤੇ ਜ਼ੋਰ ਹੁੰਦਾ ਹੈ, ਬੋਲਣ 'ਤੇ ਜ਼ੋਰ ਹੁੰਦਾ ਹੈ, ਰਾਈਟਿੰਗ 'ਤੇ ਜ਼ੋਰ ਹੁੰਦਾ ਹੈ। ਅਤੇ ਤੁਹਾਡੀ ਜਿਹੜੀ ਤੁਸੀਂ ਆਪਣੇ ਪੇਸ 'ਤੇ ਸਿੱਖ ਰਹੇ ਹੁੰਦੇ ਹੋ, ਦੈਟਸ ਵਾਈ ਇਟ ਇਜ਼ ਕਾਲਡ ਚਾਈਲਡ ਸੈਂਟਰਡ ਅਪਰੋਚ। ਟੀਚਰ ਸੈਂਟਰਡ ਅਪਰੋਚ ਕਿਹੜੀ ਹੁੰਦੀ ਹੈ, ਜਿੱਥੇ ਟੀਚਰ ਦੀ ਚੱਲਦੀ ਹੈ ਅਤੇ ਬੱਚਾ ਸਿਰਫ ਇੱਕ ਪੈਸਿਵ ਲਿਸਨਰ ਹੁੰਦਾ ਹੈ, ਬੈਠ ਕੇ ਸੁਣਨ ਵਾਲਾ। ਸੋ ਚਾਈਲਡ ਸੈਂਟਰਡ ਅਪਰੋਚ ਨੂੰ ਸਾਡੇ ਮਨੋਵਿਗਿਆਨੀਆਂ ਨੇ ਵੀ
ਤਰਜੀਹ ਦਿੱਤੀ ਹੈ ਕਿ ਇਸ ਜਿਹੜੀ ਅਪਰੋਚ ਹੈ ਇਹੀ ਹੋਣੀ ਚਾਹੀਦੀ ਹੈ ਜੀ। ਚਾਈਲਡ ਸੈਂਟਰ ਬੱਚਾ ਆਪਣੇ ਪੇਸ 'ਤੇ ਆਪਣੇ ਹਿਸਾਬ ਨਾਲ ਸਿੱਖੇ, ਕਿਉਂਕਿ ਜੇਕਰ ਬੱਚਾ ਆਪਣੇ ਪੇਸ ਨਾਲ ਸਿੱਖਦਾ ਹੈ ਤਾਂ ਉਹ ਵਧੀਆ ਤਰੀਕੇ ਨਾਲ ਸਿੱਖੇਗਾ, ਉਹ ਆਪਣੇ ਆਪ ਨੂੰ ਬਾਊਂਡ ਮਹਿਸੂਸ ਨਹੀਂ ਕਰੇਗਾ। ਠੀਕ ਹੈ। ਨੈਕਸਟ ਹੈ ਕਿ ਐਨ ਇਲੈਕਟ੍ਰਿਕ ਅਪਰੋਚ। ਇੱਕ ਇਲੈਕਟ੍ਰਿਕ ਅਪਰੋਚ ਹੈ ਜੀ। CLT ਹੈਜ਼ ਗੁੱਡ ਪੁਆਇੰਟ ਆਫ all the approaches methods to the teaching of English as a foreign language। ਜਿਹੜੀ CLT ਹੈ ਜੀ ਇਹਦੇ 'ਚ ਬਹੁਤ ਸਾਰੇ ਵਧੀਆ ਪੁਆਇੰਟਸ ਹੁੰਦੇ ਨੇ ਸਾਰੀਆਂ ਅਪਰੋਚਸ 'ਤੇ, ਤਾਂ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਲੈਕਟ੍ਰਿਕ ਅਪਰੋਚ ਹੈ ਜੀ। ਸਾਰੀਆਂ ਅਪਰੋਚਸ ਦੇ ਜਿਹੜੇ ਇਹਦੇ 'ਚ ਹੁੰਦੇ ਨੇ। ਨੈਕਸਟ ਹੈ ਆ ਪ੍ਰੈਕਟੀਕਲ ਅਪਰੋਚ। ਇਹ ਤਾਂ ਗੱਲ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਇਹ ਪ੍ਰੈਕਟੀਕਲ ਅਪਰੋਚ ਹੈ, ਇਹ ਜਿਹੜੀ ਓਰਲ ਅਪਰੋਚ ਹੈ। ਇਸ ਕਰਕੇ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਫੰਕਸ਼ਨਲ ਅਪਰੋਚ ਹੈ। ਇਹਦੇ 'ਚ ਫੰਕਸ਼ਨਲ ਐਸਪੈਕਟਸ 'ਤੇ ਜ਼ੋਰ ਦਿੱਤਾ ਜਾਂਦਾ ਹੈ। ਅਤੇ ਲਾਸਟ ਹੈ ਜੀ ਇਵੈਲਿਊਸ਼ਨ, ਜਿਹੜੀ ਇਹ ਨਹੀਂ ਹੈਗੀ ਜੀ, ਬਾਈ ਮਿਸਟੇਕ ਲਿਖੀ ਗਈ ਹੈ। ਅਤੇ ਲਿਮੀਟੇਸ਼ਨ ਦੀ ਜੇਕਰ ਗੱਲ ਕਰੀਏ ਕਿ ਕਮੀਆਂ ਕੀ ਨੇ ਜੀ ਇਹਦੀਆਂ, ਕਮੀਆਂ ਨੇ ਕਿ ਲੈਕ ਆਫ ਕੰਪੀਟੈਂਟ ਟੀਚਰਸ, ਕਿ ਜਿਹੜੇ ਕੰਪੀਟੈਂਟ ਟੀਚਰ ਨੇ ਉਹਨਾਂ ਦੀ ਘਾਟ ਹੈ ਜੀ। ਜੇਕਰ ਕੰਪੀਟੈਂਟ ਟੀਚਰ ਹੋਣਗੇ ਫਿਰ ਹੀ CLT ਜਿਹੜੀ ਸਹੀ ਤਰੀਕੇ ਦੇ ਨਾਲ ਅੱਗੇ ਵੱਧ ਸਕਦੀ ਹੈ। ਸੋ ਵਧੀਆ ਟੀਚਰਾਂ ਦੀ ਕਮੀ ਹੈ, ਕੰਪੀਟੈਂਟ ਕੁਸ਼ਲ ਟੀਚਰਾਂ ਦੀ ਕਮੀ ਹੈ ਜੀ। ਇਸੇ ਕਰਕੇ ਇਹ ਅਪਰੋਚ ਜਿਹੜੀ ਹੈ ਸਿਰੇ ਨਹੀਂ ਚੜ੍ਹ ਸਕਦੀ। ਤੁਸੀਂ ਇਸ ਪੁਆਇੰਟ ਨੂੰ ਆਪਣੀ ਲੈਂਗੁਏਜ ਦੇ ਵਿੱਚ ਐਕਸਪਲੇਨ ਕਰ ਸਕਦੇ ਹੋ, ਬਸ ਇਹ ਪੁਆਇੰਟ ਜ਼ਰੂਰ ਹੋਣਾ ਚਾਹੀਦਾ ਜੀ। ਲੈਂਗੁਏਜ ਤੁਹਾਡੀ ਹੋਣੀ ਚਾਹੀਦੀ ਹੈ, ਬਲਕਿ ਮੈਂ ਕਹੂੰਗਾ ਕਿ ਬੁੱਕ ਨਾਲੋਂ ਅਲੱਗ ਤੋਂ ਤੁਸੀਂ ਖੁਦ ਲਿਖੋ, ਖੁਦ ਲਿਖਣ ਦੀ ਕੋਸ਼ਿਸ਼ ਕਰੋ। ਇਫ ਯੂ ਹੈਵ ਸੈਂਟੈਂਸ ਮੇਕਿੰਗ ਪਾਵਰ ਦੈਨ ਯੂ ਕੈਨ ਰਾਈਟ ਇਟ ਐਟ ਯੂਰ ਓਨ ਨੈਕਸਟ ਹੈ ਜੀ ਨੈਗਲੈਕਟ ਆਫ ਸਮ ਸਕਿੱਲਸ। ਕੁਝ ਸਕਿੱਲਸ ਨੂੰ ਨੈਗਲੈਕਟ ਕੀਤਾ ਜਾਂਦਾ ਹੈ ਜੀ। In CLT, English is taught without the help of textbooks, so all the 4 skills are not taken care of। ਇਸ ਕਰਕੇ ਜਿਹੜੇ ਸਾਰੇ ਚਾਰੋਂ ਸਕਿੱਲਸ ਨੇ ਉਹਨਾਂ 'ਤੇ ਜ਼ੋਰ ਨਹੀਂ ਦਿੱਤਾ ਜਾਂਦਾ, ਧਿਆਨ ਨਹੀਂ ਦਿੱਤਾ ਜਾਂਦਾ। ਓਵਰ ਐਮਫੇਸਾਈਜ਼ਸ ਔਨ ਕਮਿਊਨੀਕੇਸ਼ਨ ਨੈਗਲੈਕਟਸ ਦ ਰੀਡਿੰਗ ਐਂਡ ਰਾਈਟਿੰਗ ਸਕਿੱਲ। ਠੀਕ ਹੈ। ਕੁਛ ਸਕਿੱਲਸ ਨੇ ਜਿਨ੍ਹਾਂ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਅਤੇ ਕੁਛ ਸਕਿੱਲਸ ਨੇ ਜਿਨ੍ਹਾਂ 'ਤੇ ਜ਼ੋਰ ਨਹੀਂ ਦਿੱਤਾ ਜਾਂਦਾ। ਲੈਕ ਆਫ ਇਨਫਰਾਸਟਰਕਚਰ। Majority of our schools lack of basic infrastructure so as to get material aid like magazines, like visuals, ठीक है, फिल्म्स टिप्स हो गया, मॉडल्स हो गए, which is part and parcel of this type of teaching in is impossible। ਸੋ ਇਨਫਰਾਸਟਰਕਚਰ ਦੀ ਕਮੀ ਹੈ। ਸਟੱਡੀ ਮਟੀਰੀਅਲ ਦੀ ਗੱਲ ਕਰੀਏ, ਕੰਟੈਂਟ ਦੀ ਗੱਲ ਕਰੀਏ, ਜਾਂ ਫਿਰ ਹੋਰ ਕੋਈ ਵੀ ਜਿਹੜਾ ਸਟਰਕਚਰ ਰਿਕੁਆਇਰਡ ਹੁੰਦਾ ਹੈ ਉਹਦੀ ਬਹੁਤ ਜ਼ਿਆਦਾ ਕਮੀ ਹੈ। ਨੈਕਸਟ ਹੈ ਓਵਰ ਕਰਾਊਡਡ ਕਲਾਸਰੂਮ। ਜਨਰਲੀ ਜਿਹੜੇ ਕਲਾਸਰੂਮ ਨੇ ਓਵਰ ਕਰਾਊਡਡ ਨੇ। ਇੰਡੀਅਨ ਕਲਾਸਿਸ ਆਰ ਜਨਰਲੀ ਓਵਰ ਕਰਾਊਡਡ। ਸੋ ਇਹ ਜਿਹੜੀਆਂ ਓਵਰ ਕਰਾਊਡਡ ਕਲਾਸਰੂਮ ਨੇ ਉਹਨਾਂ ਦੀ ਉਹ ਵੀ ਇੱਕ ਰੁਕਾਵਟ ਹੈ ਜੀ ਆਪਣਾ CLT ਨੂੰ ਅੱਗੇ ਵਧਾਉਣ ਦੇ ਲਈ। ਬਿਕਾਜ਼ CLT ਦੇ ਅੱਗੇ ਜਿਹੜੀ ਪੇਸ਼ ਹੋਣ ਵਾਲੀ ਇੱਕ ਰੁਕਾਵਟ ਹੈ। ਬਿਕਾਜ਼ ਓਵਰ ਕਰਾਊਡਡ ਕਲਾਸਰੂਮ ਇਨ ਮੋਸਟ ਆਫ ਦਾ ਸਕੂਲ ਇਜ਼ ਦ ਰੀਅਲ ਪਿਕਚਰ ਆਫ ਇੰਡੀਅਨ ਸਕੂਲ। ਮੈਂ ਪਹਿਲਾਂ ਹੀ ਕਿਹਾ ਕਿ ਇੰਡੀਅਨ ਸਕੂਲ ਦੀ ਰੀਅਲ ਪਿਕਚਰ ਹੈ, ਕਿਉਂਕਿ ਮੋਸਟ ਆਫ ਦਾ ਇੰਡੀਅਨ ਕਲਾਸਿਸ ਆਰ ਜਨਰਲੀ ਓਵਰ ਕਰਾਊਡਡ ਐਂਡ in such cases it is not easy to seat the kids properly for pair work and group work which is essential requirement in CLT। ਜੇਕਰ ਇੰਨੀ ਵੱਡੀ ਕਲਾਸਰੂਮ ਹੈ ਤਾਂ ਟੀਚਰ ਦੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਿ ਉਹ ਬੱਚਿਆਂ ਨੂੰ ਗਰੁੱਪਸ ਵਿੱਚ ਡਿਵਾਈਡ ਕਰੇ ਜਾਂ ਬੱਚਿਆਂ ਦੀ ਗਰੁੱਪਿੰਗ ਕਰੇ, ਗਰੁੱਪ ਲੀਡਰ ਅਪੁਆਇੰਟ ਕਰੇ। ਸੋ ਐਡੀ ਵੱਡੀ ਕਲਾਸਰੂਮ ਨੂੰ ਤਾਂ ਹੈਂਡਲ ਕਰਨਾ ਹੀ ਟੀਚਰ ਦੇ ਲਈ ਇੱਕ ਪ੍ਰੋਬਲਮ ਬਣ ਜਾਂਦਾ ਹੈ, ਕਿਉਂਕਿ ਜਰਨਲੀ ਇੰਨੀ ਲਾਰਜ ਕਲਾਸਿਸ ਦੇ ਵਿੱਚ ਕੀ ਹੁੰਦਾ ਕਿ ਸ਼ੋਰ ਸ਼ਰਾਬਾ ਵੀ ਬਹੁਤ ਜ਼ਿਆਦਾ ਹੋਏਗਾ ਅਤੇ ਇੰਨੇ ਦੂਰ ਤੱਕ ਇੰਨੇ ਬੱਚਿਆਂ ਨੂੰ ਜਿਹੜੀ ਕਮਿਊਨੀਕੇਸ਼ਨ ਦੇ ਵਿੱਚ ਵੀ ਟੀਚਰ ਨੂੰ ਪ੍ਰੋਬਲਮ ਆਏਗੀ। ਸੋ ਇਹ ਵੀ ਇੱਕ ਪ੍ਰੋਬਲਮ ਹੈ, ਇੱਕ ਰੁਕਾਵਟ ਹੈ ਜੀ CLT ਦੇ ਰਸਤੇ ਦੇ ਵਿੱਚ। ਨੈਕਸਟ ਹੈ ਕਿ ਨੋ ਯੂਨੈਨੀਮਸ ਵੇ ਆਫ ਟੀਚਿੰਗ। ਯੂਨੈਨੀਮਸ ਵੇ ਆਫ ਟੀਚਿੰਗ ਦਾ ਮਤਲਬ ਹੈ ਰਾਜੇ ਕਿ ਇੱਕੋ ਤਰ੍ਹਾਂ ਦੇ ਨਾਲ ਨਹੀਂ ਪੜ੍ਹਾਇਆ ਜਾਂਦਾ।
ਜੇਕਰ ਪੰਜਾਬ ਸਟੇਟ ਦੇ ਵਿੱਚ ਉਸ ਚੀਜ਼ ਨੂੰ ਕਿਸੇ ਹੋਰ ਤਰੀਕੇ ਨਾਲ ਪੜ੍ਹਾਇਆ ਜਾ ਰਿਹਾ ਹੈ ਤਾਂ ਗੁਜਰਾਤ ਦੇ ਵਿੱਚ ਉਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਪੜ੍ਹਾਇਆ ਜਾ ਰਿਹਾ ਹੈ। ਜੇਕਰ ਇਹਦੇ ਵਿੱਚ ਸਿਮਿਲੈਰਿਟੀ ਹੋਵੇ, ਇੱਕੋ ਜਿਹਾ ਸਿਲੇਬਸ ਹੋਵੇ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਸਕਦੀ ਹੈ ਜੀ CLT। ਇਹ ਵੀ ਇੱਕ ਰੁਕਾਵਟ ਹੈ CLT ਦੇ ਰਸਤੇ ਦੇ ਵਿੱਚ ਕਿ ਯੂਨੈਨੀਮਸ ਵੇ ਨਹੀਂ ਹੈਗਾ ਸਾਡੀ ਟੀਚਿੰਗ ਦਾ, ਕਿਉਂਕਿ ਸਾਰੇ ਆਪਣੇ ਆਪਣੇ ਹਿਸਾਬ ਨਾਲ ਪੜ੍ਹਾ ਰਹੇ ਨੇ, ਆਪਣੀ ਆਪਣੀ ਬਾਂਸੁਰੀ ਅਤੇ ਆਪਣਾ ਆਪਣਾ ਰਾਗ। ਤੁਸੀਂ ਦੇਖਦੇ ਹੋ ਕਿ PSEB ਨੇ ਆਪਣਾ ਸਿਲੇਬਸ ਅਲੱਗ ਤੋਂ ਬਣਾਇਆ ਹੋਇਆ ਹੈ ਅਤੇ ਇਸੇ ਤਰ੍ਹਾਂ ਫਿਰ ਰਾਜਸਥਾਨ ਬੋਰਡ ਹੈ, ਗੁਜਰਾਤ ਬੋਰਡ ਹੈ ਜਾਂ ਫਿਰ UP ਬੋਰਡ ਹੈ, ਇਹਨਾਂ ਦੇ ਸਿਲੇਬਸ ਆਪਣੀ ਆਪਣੀ ਵੈਬਸਾਈਟ 'ਤੇ ਆਪਣੇ ਆਪਣੇ ਹਿਸਾਬ ਦੇ ਨਾਲ ਅਪਲੋਡ ਕੀਤੇ ਗਏ ਅਕੋਰਡਿੰਗ ਟੂ ਸਿਚੁਏਸ਼ਨ, ਅਕੋਰਡਿੰਗ ਟੂ ਸਟੇਟ। ਸੋ ਇਸ ਕਰਕੇ ਜਿਹੜਾ ਯੂਨੈਨੀਮਸ ਵੇ ਨਹੀਂ ਹੈਗਾ ਪੜ੍ਹਾਉਣ ਦਾ, ਇਹ ਵੀ ਇੱਕ ਤਰ੍ਹਾਂ ਦੀ ਕਮੀ ਹੈ। ਸੋ ਇਹ ਸੀ ਰਾਜੇ ਅੱਜ ਦਾ ਸਾਡਾ ਟੋਪਿਕ। ਇਹ ਸਾਡਾ ਜਿਹੜਾ ਫਸਟ ਯੂਨਿਟ ਸੀ, ਹਾਂਜੀ ਫਸਟ ਯੂਨਿਟ ਦਾ ਸੈਕਿੰਡ ਲਾਸਟ ਟੋਪਿਕ ਸੀ। ਇਸ ਤੋਂ ਬਾਅਦ ਸਿਰਫ ਇੱਕ ਟੋਪਿਕ ਬਚੇਗਾ ਫਸਟ ਯੂਨਿਟ ਦਾ, ਅੰਡਰਸਟੈਂਡਿੰਗ ਦਾ ਇੰਪੋਰਟੈਂਸ ਆਫ ਅ ਲੈਂਗੁਏਜ ਰਿਚ ਕਲਾਸਰੂਮ। ਇੱਕ ਲੈਂਗੁਏਜ ਰਿਚ ਕਲਾਸਰੂਮ ਦੀ ਇੰਪੋਰਟੈਂਸ ਨੂੰ ਸਮਝਣਾ। ਠੀਕ ਹੈ, ਇਸ ਟੋਪਿਕ ਦੀ ਆਪਾਂ ਗੱਲ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਸੋ ਉਮੀਦ ਹੈ ਤੁਹਾਨੂੰ ਇਸ ਟੋਪਿਕ ਦੀ ਸਮਝ ਆ ਗਈ ਹੋਵੇਗੀ। ਫਿਰ ਵੀ ਜੇਕਰ ਕੋਈ ਕਮੀ ਰਹਿ ਗਈ ਹੋਵੇ ਤਾਂ ਮੈਂ ਉਹਦੇ ਲਈ ਮਾफ़ੀ ਚਾਹੁੰਦਾ ਹੈ, ਅਤੇ ਜੇਕਰ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗੀ ਤਾਂ ਤੁਸੀਂ ਮੇਰੇ ਤੋਂ ਦੁਬਾਰਾ ਪੁੱਛ ਸਕਦੇ ਹੋ ਰਾਜੇ। ਤਾਂ ਮਿਲਾਂਗੇ ਫਿਰ ਅਗਲੇ ਲੈਕਚਰ ਦੇ ਵਿੱਚ। ਥੈਂਕ ਯੂ ਜੀ।